श्री नानक अंगद गुरु अमरदास पदबंद रामदास अर्जन गुरु बर श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणिक भगत वैराग गुरु ग्रंथ साहिब उदद बंदो कार्य अनुराग श्री गुर शब्द कुमाई जिन जीते पंच विकार तिन संतन को बंदना सिर चरणन पर धार एक ओंकार सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा गिर हंकार ते तर उतर सरब रेन कर छाए ओछन सिताद बेकार जे हे मन तप सुख पाए गिर हंकार ते तर उतर। वाहिगुरु जी का खालसा वाहिगुरु जी की फतेह। धन धन श्री गुरु नानक देव सच्चे पातशाह जी महाराज। धन धन श्री गुरु गोबिंद सिंह साहिब जी महाराज। धन धन साहिब सतगुरु श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप जी बहुत ही कर्मां वाले वड्डियां भागां वाले हो जो श्री गुरु अर्जन देव महाराज जी के पावन पवित्र स्थान विखे हाजरियां भर के लाहा लै रहे हो। सतगुरु गुरु ग्रंथ साहिब महाराज जी सोहने सिंघासनां उपर विराजमान हो करके संगतां नूं दर्शन दे के निहाल सफला कर रहे हैं। गुरु कियां बेअंत संगतां ने गुरु चरनां विच हाजरियां भर के तिल फुल भेटां अर्पण करके गुरु जी दे महान पावन पवित्र दर्शन करके अपने नेत्रां नूं इस सरीर नूं सफला कीता है। गुरु साहिब जी के नितनेम नाल सोहणे दीवान दरबार सजदे हैं। गुरु घर की नित दी मर्यादा अनुसार सोहदार रहरास साहिब तो बादा अरदास हुंदी है। उपरंत धन धन श्री गुरु ग्रंथ साहिब जी महाराज अपने पावन पवित्र हुक्मनामे बख्शिश करते हैं। इस दे नाल ही जो सतगुरु गुरु नानक साहिब महाराज जी की ਆਪਾਂ ਲੜੀਵਾਰ
ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਐਮਨਾਬਾਦ ਦੇ ਸ਼ਹਿਰ ਨੂੰ ਚੱਲਣਾ ਕੀਤਾ, ਜਾਂਦਿਆਂ ਜਾਂਦਿਆਂ ਰਸਤੇ ਵਿੱਚ ਸਾਧੂ ਲੋਕ ਸੰਤ ਲੋਕ ਮਿਲ ਗਏ ਅਤੇ ਜਿਨ੍ਹਾਂ ਨੇ ਪਰਮੇਸ਼ਰ ਦੀ ਗਾਥਾ ਕਥਾ ਪੁੱਛਣ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹ ਮਾਲਕ ਕੈਸਾ ਹੈ। ਆਪ ਮਹਾਰਾਜ ਜੀ ਸਾਨੂੰ ਦੱਸੋ, ਉਹਦੀ ਬਣਾਵਟ ਕੈਸੀ ਹੈ, ਉਸ ਦਾ ਸਰੂਪ ਜੋ ਚੱਕਰ ਚਿਹਨਾਂ ਤੋਂ ਬਾਹਰ ਆਇਆ ਉਹ ਕੈਸਾ ਹੈ। ਆਪ ਜੀ ਦੱਸੋ, ਕਿਉਂਕਿ ਆਪ ਜੀ ਨੇ ਸਾਰਾ ਭੇਦ ਜਾਣਿਆ ਹੋਇਆ। ਗੁਰੂ ਮਹਾਰਾਜ ਜੀ ਨੇ ਫਿਰ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਮਹਿਮਾ ਦੱਸੀ ਅਤੇ ਦੱਸਿਆ ਵੀ ਉਸ ਦਾ ਅੰਤ ਜੋ ਬ੍ਰਹਮਾ ਵਰਗੇ ਪੈਦਾ ਹੋਏ ਹੈ, ਜਿਸ ਮਹਾ ਵਿਸ਼ਨੂੰ ਭਾਵ ਪਰਮੇਸ਼ਰ, ਅਤੇ ਉਹਨਾਂ ਦੀ ਨਾਭੀ ਤੋਂ ਕਮਲ ਫੁੱਲ ਪੈਦਾ ਹੋਇਆ, ਉਸ ਕਮਲ 'ਚੋਂ ਬ੍ਰਹਮਾ ਪੈਦਾ ਹੋਇਆ, ਅਤੇ ਜੋ ਸਭ ਤੋਂ ਪਹਿਲਾਂ ਪੈਦਾ ਹੋਇਆ ਅਤੇ ਉਹ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਿਆ। 4 ਵੇਦ ਉਚਾਰ ਦਿੱਤੇ ਅਤੇ ਬਹੁਤ ਵਹਿਮਾਂ ਕਰਕੇ ਹਉਮੈ ਵੀ ਆਏ। ਹਉਮੈ ਕਰਨੇ ਕਰਕੇ ਕਮਲ ਦੀ ਨਾਲੀ 'ਚ ਡਿੱਗਾ। 36 ਯੁੱਗ ਬ੍ਰਹਮਾ ਜਿਹੜਾ ਉਸ ਕਮਲ ਦੀ ਨਾਲੀ ਦੇ ਅੰਧ ਘੁੱਪ ਹਨੇਰੇ ਵਿੱਚ ਪਿਆ ਰਿਹਾ। ਅਖੀਰੀ ਪਰਮੇਸ਼ਰ ਦੀ ਉਸਤਤ ਕੀਤੀ, ਫਿਰ ਜਾ ਕੇ ਪਰਮੇਸ਼ਰ ਨੇ ਛੇਤੀ ਨਾਲ ਕੱਢਿਆ। ਬਹੁਤ ਵਡਿਆਈ ਕੀਤੀ, ਮਹਿਮਾ ਕੀਤੀ, ਅਤੇ ਪਰਮੇਸ਼ਰ ਨੇ ਆਕਾਸ਼ਬਾਣੀ ਰਾਹੀਂ ਕਿਹਾ ਕਿ ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। ਜਦੋਂ ਤੂੰ ਤਪ ਕਰੇਂਗਾ ਐਸਾ ਸੰਸਾਰ ਨੂੰ ਰਚਣ ਦੀ ਤੇਰੇ 'ਚ ਸ਼ਕਤੀ ਹੋ ਆਵੇਗੀ ਅਤੇ ਤੂੰ ਫਿਰ ਸੰਸਾਰ ਰਚਨਾ ਕਰੇ। ਫਿਰ ਬਹੁਤ ਬ੍ਰਹਮਾ ਨੇ ਤਪ ਕੀਤਾ ਸੀ। ਸਾਧ ਸੰਗਤ ਜੀ, ਫਿਰ ਸ੍ਰਿਸ਼ਟੀ ਰਚਨ ਦੀ ਸੇਵਾ ਮਿਲੀ, ਜੋ ਕਿ ਗੁਰੂ ਜੀ ਦੇ ਬਚਨ ਹੈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀ ਬਾਣ। ਇੱਕ ਸੰਸਾਰ ਨੂੰ ਰਚਣ ਦੀ ਸੇਵਾ ਕਰ ਰਿਹਾ ਹੈ, ਉਹ ਹੈ ਬ੍ਰਹਮਾ। ਇੱਕ ਸੰਸਾਰ ਨੂੰ ਪਾਲਣ ਦੀ ਸੇਵਾ ਕਰ ਰਹੇ ਹੈ, ਉਹ ਵਿਸ਼ਨੂੰ ਭਗਵਾਨ ਜੀ। ਇੱਕ ਸ਼ਿਵ ਜੀ ਸਾਰਿਆਂ ਦਾ ਸੰਘਾਰ ਕਰ ਰਿਹਾ, ਪਰਮੇਸ਼ਰ ਦੇ ਹੁਕਮ ਅਨੁਸਾਰ ਸੇਵਾ ਕਰ ਰਹੇ ਹੈ। ਤਿੰਨੇ ਦੇਵਤਿਆਂ ਨੂੰ ਸੇਵਾ ਮਿਲੀ ਹੋਈ ਹੈ ਪਰਮਾਤਮਾ ਵੱਲੋਂ। ਅਤੇ ਕਿਵੇਂ ਮਿਲੀ ਹੈ? ਤਪ ਕਰਕੇ, ਸਿਮਰਨ ਕਰਕੇ। ਇਵੇਂ ਇਹ ਸੰਤੋ ਐਸੇ ਜੋ ਬ੍ਰਹਮਾ ਹੋਏ ਹੈ, ਉਹ ਵੀ ਪਰਮਾਤਮਾ ਦੇ ਅਤੇ ਅੰਤ ਦੀ ਦੂਰ ਦੀ ਗੱਲ, ਉਸ ਕਮਲ ਦੀ ਨਾਲੀ ਦਾ ਅੰਤ ਨਹੀਂ ਪਾ ਸਕੇ। ਅਤੇ ਅਸੀਂ ਤਾਂ ਕਲਯੁੱਗ ਦੇ ਜੀਵ ਹਾਂ, ਥੋੜ੍ਹੀ ਉਮਰ ਹੈ, ਉਸ ਦਾ ਕੀ ਅੰਤ ਪਾ ਸਕਦੇ ਹਾਂ। ਇਸ ਕਰਕੇ ਉਸ ਪਰਮੇਸ਼ਰ ਜਿਹੜਾ ਬੇਅੰਤ ਬੇਅੰਤ ਕਹਿਣਾ, ਇਹੀਓ ਉਹਦਾ ਅੰਤ ਹੈ। ਫਿਰ ਸੰਤ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਮਹਾਰਾਜ, ਇਹ ਅੱਖਾਂ ਵਿੱਚ ਕੌਣ ਹੈ, ਕਿਹੜੀ ਵਸਤੂ ਹੈ ਜਿਹੜੀ ਇਹ ਸਾਰੇ ਪਸਾਰੇ ਨੂੰ, ਇਹ ਸ੍ਰਿਸ਼ਟੀ ਨੂੰ ਦੇਖ ਰਹੀ ਹੈ। ਗੁਰੂ ਮਹਾਰਾਜ ਜੀ ਨੇ ਫਿਰ ਉਹ ਵੀ ਦੱਸਿਆ ਵੀ ਇਹ ਸੰਤੋ, ਇਹ ਝਗੜਾ ਸਿੱਧ ਸ਼ਕਤੀਆਂ ਵਾਲੇ ਸਾਧਾ ਸੰਤਾਂ ਜੀ ਪਹਿਲਾਂ ਵੀ ਹੋਇਆ ਹੈ ਇਹ ਗੱਲ ਦਾ, ਵੀ ਅੱਖਾਂ ਵਿੱਚ ਇਹਦੇ ਚੰਮ ਹੈ, ਪਾਣੀ ਹੈ, ਇਹਦੇ ਵਿੱਚ ਹੋਰ ਕੀ ਹੈ। ਪਰ ਇਸ ਝਗੜੇ ਨੂੰ ਸਤਿਗੁਰੂ ਜੀ ਨਿਬੇੜਦੇ ਆ। ਸਤਿਗੁਰੂ ਨੇ ਨਿਬੇੜਿਆ ਵੀ ਇਸ ਅੰਦਰ ਉਸ ਵਾਹਿਗੁਰੂ ਦੀ ਪਰਮ ਜੋਤ ਹੈ, ਜਿਸ ਜੋਤ ਦੇ ਰਾਹੀਂ ਪ੍ਰਕਾਸ਼ ਹੋ ਰਿਹਾ ਇਹਨਾਂ ਨੇਤਰਾਂ ਵਿੱਚ, ਅਤੇ ਨੇਤਰ ਦੇਖ ਰਹੇ। ਜਿਸ ਵਾਹਿਗੁਰੂ ਦੀ ਜੋਤ ਕਰਕੇ ਇਹ ਸਰੀਰ ਹਿਲ ਜੁਲ ਕਰ ਰਿਹਾ ਹੈ, ਜਿਸ ਦੀ ਸੱਤਾ ਕਰਕੇ ਕੰਨ ਸੁਣਦੇ ਹੈ, ਜ਼ਬਾਨ ਬੋਲਦੀ ਹੈ, ਗਲਾ ਸਾਹ ਰਗ ਚੱਲਦੀ ਹੈ, ਹੱਥਾਂ ਦੀਆਂ ਨਬਜ਼ਾਂ ਚੱਲਦੀਆਂ, ਪੈਰ ਚੱਲਦੇ, ਹੱਥ ਚੱਲਦੇ, ਜਿਹੜੀ ਸਾਰੇ ਸਰੀਰ 'ਚ ਹਰਕਤ ਹੋ ਰਹੀ ਉਹ ਪਰਮੇਸ਼ਰ ਦੀ ਪਰਮ ਜੋਤ ਸੱਤਾ ਕਰਕੇ ਹੈ।
ਸਭ ਮਹਿ ਜੋਤ, ਜੋਤ ਹੈ ਸੋਏ। ਇਹ ਸਾਰਿਆਂ ਵਿੱਚ ਜੋਤ ਹੈ ਅਤੇ ਉਸ ਪਰਮਾਤਮਾ ਦੀ ਜੋਤ ਹੈ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋ। ਉਹਦੇ ਪ੍ਰਕਾਸ਼ ਕੀਤੇ ਸਾਰਿਆਂ ਵਿੱਚ ਚਾਨਣ ਹੋ ਰਿਹਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਦੀ ਸਿੱਖਿਆ ਰਾਹੀਂ ਇਹ ਜੋਤ ਪ੍ਰਗਟ ਹੁੰਦੀ ਹੈ। ਇਸ ਝਗੜੇ ਨੂੰ ਗੁਰੂ ਨਿਬੇੜਦੇ ਹੈ। ਗੁਰੂ ਦੱਸਦੇ ਹੈ ਵੀ ਇਹਨਾਂ ਅੱਖਾਂ ਵਿੱਚ ਕੌਣ ਬੈਠਾ ਹੋਇਆ ਦੇਖ ਰਿਹਾ ਦ੍ਰਿਸ਼ਟਾ ਰੂਪ ਹੋ ਕੇ। ਇਹ ਅੱਖਾਂ ਕੁਝ ਨਹੀਂ ਵੇਖਦੀਆਂ ਜਿੰਨਾ ਚਿਰ ਪਰਮਾਤਮਾ ਦੀ ਜੋਤ ਨਾ ਅੰਦਰ ਹੋਵੇ। ਉਹਦੀ ਜੋਤ ਕਰਕੇ ਸਭ ਦੇਖਿਆ ਜਾਂਦਾ ਹੈ। ਇਵੇਂ ਗੁਰੂ ਸਾਹਿਬ ਜੀ ਨੇ ਵਿਸਥਾਰ ਨਾਲ ਪਿੱਛੇ ਸਮਝਾਇਆ, ਇਹਨਾਂ ਵੀ ਸੰਤਾਂ ਨੇ ਸੁਣਿਆ। ਫਿਰ ਗੁਰੂ ਮਹਾਰਾਜ ਜੀ ਜਿਵੇਂ ਉੱਥੋਂ ਚੱਲ ਕੇ ਐਮਨਾਬਾਦ ਨੂੰ ਚਾਲਾ ਮਾਰ ਦਿੱਤਾ। ਐਮਨਾਬਾਦ ਸ਼ਹਿਰ ਦੇ ਬਾਰ-ਬਾਰ ਹੀ ਗੁਰੂ ਸਾਹਿਬ ਜੀ ਬਿਰਾਜਮਾਨ ਹੋ ਗਏ ਅਤੇ ਬਾਰ-ਬਾਰ ਸ਼ਹਿਰ ਤੋਂ ਬੈਠੇ ਹੈ। ਰੋੜਾਂ ਦੀ ਗੁਰੂ ਜੀ ਨੇ ਵਿਛਾਈ ਕਰ ਲਈ ਹੈ। ਰੋੜਾਂ ਦੇ ਆਸਣ 'ਤੇ ਤਖਤ ਬਣਾ ਕੇ ਬੈਠ ਗਏ। ਚਾਰ ਚੁਫੇਰੇ ਸੰਤ ਬੈਠ ਗਏ। ਫਿਰ ਐਮਨਾਬਾਦ ਵਿੱਚ ਜਿਹੜੇ ਕੋਈ ਬਹੁਤ ਮਾੜੇ ਲੋਕ ਪਠਾਨ ਵਿਗੜੇ ਤਿਗੜੇ ਸੀ, ਇਹਨਾਂ ਪਾਸ ਗੁਰੂ ਸਾਹਿਬ ਜੀ ਨੇ ਜਿਵੇਂ ਫਕੀਰ ਭੇਜੇ ਵੀ ਤੁਸੀਂ ਪ੍ਰਸ਼ਾਦਾ ਛਕ ਲਓ, ਇੱਥੇ ਤਾਂ ਕਿਸੇ ਨੇ ਪੁੱਛਣ ਨਹੀਂ ਆਉਣਾ। ਜਿਵੇਂ ਉਹ ਸੰਤ ਫਕੀਰ ਭਾਈ ਮਰਦਾਨਾ ਜੀ ਨਾਲ ਗਏ, ਜਿਵੇਂ ਉਹਨਾਂ ਲੋਕਾਂ ਨੇ ਅੱਗੋਂ ਕੁਕਰਮ ਕਮਾਇਆ, ਖੋਟੇ ਬੋਲ ਬੋਲੇ, ਉਹ ਐਮਨਾਬਾਦ ਦਾ ਪ੍ਰਸੰਗ ਅੱਜ ਵਿਸਥਾਰ ਨਾਲ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਿਰ ਹੰਕਾਰ ਤੇ ਤਰ ਉਤਰ। ਭਾਈ ਸੰਤੋਖ ਸਿੰਘ ਜੀ ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ ਮਨ ਨੂੰ ਨਿਮਰਤਾ ਵਿੱਚ ਆਉਣ ਲਈ ਕਹਿ ਰਹੇ ਹਨ, ਮਨ ਨੂੰ ਸਮਝਾ ਰਹੇ ਹੈ ਵੀ ਇਹ ਮਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਰੇ ਮਨ ਕੌਣ ਕਮਤੈ ਲੀਨੀ। ਇਹ ਜਿਹੜੀ ਤੂੰ ਖੋਟੀ ਮੱਤ ਲਈ ਹੈ, ਇਹ ਤੋਂ ਉਤਰ ਕੇ ਤੋਂ ਹਟ ਕੇ ਤੇ ਚੰਗੇ ਪਾਸੇ ਆ। ਮੇਰੇ ਮਨ ਗੁਰ ਕੀ ਸਿੱਖ ਸੁਣੀਜੈ। ਗੁਰੂ ਦੀ ਸਿੱਖਿਆ ਸੁਣ ਤਾਂ ਤੂੰ ਨਿਮਰਤਾ ਵਾਲਾ ਹੋ ਜਾਏਗਾ। ਇਹ ਮਨ ਨੂੰ ਸਿੱਖਿਆ ਦਿੰਦੇ ਹੋਏ ਜੋ ਮਨ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਜੋ ਮਨ ਬੜਾ ਚੰਚਲ ਹੈ, ਇਸ ਮਨ ਨੂੰ ਸੰਬੋਧਨ ਕਰਦੇ ਹੋਏ ਮੰਗਲ ਕਰ ਰਹੇ ਹੈ। ਗਿਰ ਹੰਕਾਰ ਤੇ ਤਰ ਉਤਰ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੈ ਮੇਰੇ ਮਨਾ, ਆ ਜਿਹੜਾ ਤੂੰ ਹੰਕਾਰ ਰੂਪੀ ਪਹਾੜ ਦੇ ਉੱਪਰ ਚੜ੍ਹਿਆ ਹੋਇਆ, ਟੀਸੀ ਦੇ ਉੱਪਰ, ਇਹ ਤੋਂ ਇਸ ਹੰਕਾਰ ਰੂਪੀ ਪਹਾੜ ਤੋਂ ਹੇਠਾਂ ਠਾਹ ਨੂੰ ਉਤਰ। ਸਰਬ ਰੇਨ ਘਰ ਛਾਏ। ਤੇ ਜਿਹੜੇ ਸਾਰੇ ਹੈ ਨਾ ਜੀਵ, ਸਾਰਿਆਂ ਦੇ ਚਰਨਾਂ ਦੀ ਧੂੜੀ ਹੋ ਜਾਣ ਰੂਪੀ ਤੂੰ ਥੱਲੇ ਉਤਰਾ ਉਸ ਹੰਕਾਰ ਰੂਪੀ ਪਹਾੜ ਤੋਂ, ਤੇ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਜਾਣ ਰੂਪੀ ਜੇ ਤੂੰ ਘਰ ਪਾ ਲਵੇਂ, ਜੇ ਐਸੇ ਘਰ ਵਿੱਚ ਛਾ ਲਵੇਂ, ਐਸੇ ਘਰ ਵਿੱਚ ਭਾਵ ਥੱਲੇ ਆ ਕੇ ਘਰ ਪਾ ਲਵੇਂ, ਹੰਕਾਰ ਤੋਂ ਉਤਰ ਕੇ ਸਾਰਿਆਂ ਦੀ ਚਰਨਾਂ ਦੀ ਧੂੜ ਹੋ ਜਾਵੇਂ, ਭਾਵ ਨਿਮਰਤਾ ਵਿੱਚ ਆ ਜਾਵੇਂ। ਉਸ਼ਨ ਸਿਤਾਦ ਵਿਕਾਰ ਜੇ। ਸਿਤਾਦ ਨਹੀਂ, ਸੀਤਾਦ। ਇਹ ਜਿਹੜੇ ਉਸਣ ਠੰਡ ਤੇ ਜਿਹੜੀ ਕੋਈ ਗਰਮੀ ਹੈ, ਜਿਹੜੀ ਦਵੈਸ਼ ਕਰਕੇ ਗਰਮੀ ਹੁੰਦੀ ਹੈ,
ਈਰਖਾ ਹੁੰਦੀ ਹੈ, ਗੁੱਸਾ ਆ ਜਾਂਦਾ ਹੈ। ਇਸੇ ਤਰ੍ਹਾਂ ਉਸਨ ਜਿਹੜੀ ਠੰਡ ਹੈ, ਜਿਹਦੇ ਕਰਕੇ ਜੜਤਾ ਵਿੱਚ ਤੂੰ ਹੋ ਜਾਂਦਾ ਹੈ, ਤੇਰੀ ਬੁੱਧੀ ਜਿਹੜੀ ਬੁੱਧੀ ਜੜਤਾ ਵਿੱਚ ਆ ਜਾਂਦੀ ਹੈ। ਮਨ ਆ ਜਿਹੜਾ ਤੂੰ ਉਸਨ ਕਹੀਏ ਠੰਡ ਤੈਨੂੰ ਹੋ ਜਾਂਦੀ, ਭਾਵ ਜੜਤਾ ਵਿੱਚ ਹੋ ਜਾਂਦਾ ਹੈ, ਨਿਕੰਮਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਗਰਮੀ ਹੈ, ਦਵੈਸ਼ ਰੂਪੀ ਗਰਮੀ ਦੇ ਕਰਕੇ ਤੂੰ ਕ੍ਰੋਧੀ ਹੋ ਜਾਂਦਾ ਹੈ, ਗੁੱਸੇ ਖੋਰਾ ਹੋ ਜਾਂਦਾ ਹੈ, ਈਰਖਾਲੂ ਹੋ ਜਾਂਦਾ ਹੈ। ਇਹ ਜਿਹੜੇ ਬੜੇ ਮਾੜੇ ਵਿਕਾਰ ਹੈ ਮਨਾਂ ਤੇਰੇ ਵਿੱਚ। ਹੇ ਮਨ ਤਬ ਸੁਖ ਪਾਏ। ਤੇ ਜੇ ਤੂੰ ਇਹਨਾਂ ਤੋਂ ਛੁੱਟ ਜਾਏ ਤਾਂ ਤੂੰ ਫਿਰ ਹੇ ਮਨਾ ਤਬ ਸੁਖ ਪਾਏ, ਤਦੋਂ ਬਹੁਤ ਸੁਖ ਪਾਏਗਾ। ਜੇ ਤੇਰੇ ਅੰਦਰੋਂ ਰਾਗ ਦਵੈਸ਼ ਨਿਵਰਤ ਹੋ ਜਾਏ, ਜਿਹੜਾ ਰਾਗ ਹੈ ਭਾਵ ਆਪਣਿਆਂ ਨੂੰ ਪ੍ਰੇਮ ਕਰਨਾ, ਦਵੈਸ਼ ਬੇਗਾਨੇ ਸਮਝ ਕੇ ਈਰਖਾ ਕਰਨੀ, ਇਹ ਜਿਹੜੀ ਤੇਰੇ ਆਪਣੇ ਸਮਝ ਕੇ ਜਿਹੜਾ ਰਾਗ ਕਰਦਾ, ਇਹ ਠੰਡ ਦੀ ਨਹੀਂ, ਜਦੋਂ ਤੂੰ ਜੜ ਹੋ ਜਾਂਦਾ ਹੈ, ਕਿਉਂਕਿ ਇਹਨਾਂ ਨਾਲ ਤੇਰਾ ਮੋਹ ਹੁੰਦਾ ਹੈ, ਉਦੋਂ ਤੂੰ ਜੜਤਾ ਵਿੱਚ ਆ ਜਾਂਦਾ ਹੈ। ਜਿਨ੍ਹਾਂ ਨੂੰ ਤੂੰ ਪਰਾਏ ਸਮਝਦਾ ਹੈ, ਉਦੋਂ ਤੂੰ ਦਵੈਸ਼ ਵਿੱਚ ਆ ਜਾਂਦਾ, ਅਤੇ ਦਵੈਸ਼ ਰੂਪੀ ਤੈਨੂੰ ਗਰਮੀ ਚੜ੍ਹ ਜਾਂਦੀ, ਈਰਖਾ ਕਰਦਾ, ਗੁੱਸਾ ਕਰਦਾ। ਜੇ ਇਹ ਜਿਹੜੇ ਵਿਕਾਰ ਹੈ ਤੇਰੇ ਵਿੱਚ, ਜੇ ਤੂੰ ਨਿਮਰਤਾ ਵਿੱਚ ਆ ਜਾਏ, ਨਿਮਰਤਾ ਰੂਪੀ ਘਰ ਪਾ ਲਵੇਂ, ਸਾਰਿਆਂ ਦੀ ਚਰਨਾਂ ਦੀ ਧੂੜੀ ਹੋ ਜਾਏ, ਤਦੋਂ ਤੂੰ ਹੇ ਮੇਰੇ ਮਨਾ ਬੜਾ ਸੁਖ ਪਾਏਗਾ, ਬਹੁਤ ਸੁਖੀ ਹੋ ਜਾਏਗਾ। ਤੇਰੇ ਅੰਦਰ ਈਰਖਾ ਨਹੀਂ ਰਹਿ ਜਾਏਗੀ, ਜੜਤਾ ਨਹੀਂ ਰਹਿ ਜਾਏਗੀ, ਰਾਗ ਪ੍ਰੇਮ ਮੋਹ ਨਹੀਂ ਰਹਿ ਜਾਏਗਾ। ਜਿਵੇਂ ਸਾਧ ਸੰਗਤ ਜੀ ਕੋਈ ਪਹਾੜ 'ਤੇ ਘਰ ਪਾ ਲਵੇ, ਅਤੇ ਉੱਥੇ ਤਾਂ ਗਰਮੀ ਵੀ ਜ਼ਿਆਦਾ ਲੱਗਣੀ ਹੈ ਅਤੇ ਠੰਡ ਵੀ ਜ਼ਿਆਦਾ ਲੱਗਣੀ ਹੈ, ਉੱਥੇ ਹਵਾ ਵੀ ਜ਼ਿਆਦਾ ਪੈਣੀ ਹੈ। ਅਤੇ ਜਿਹੜਾ ਧਰਤੀ ਵਿੱਚ ਘਰ ਬਣਾ ਲਵੇ, ਉਹ ਗਰਮੀ ਵਿੱਚ ਵੀ ਸੁੱਖ ਹੈ ਅਤੇ ਠੰਡ ਵਿੱਚ ਵੀ ਸੁੱਖ ਹੈ, ਉਹ ਦੋਵੇਂ ਸਮੇਂ ਆਰਾਮ ਨਾਲ ਰਹਿ ਸਕਦਾ ਹੈ। ਇਸੇ ਤਰ੍ਹਾਂ ਹੀ ਮੇਰੇ ਮਨ ਤੂੰ ਹੰਕਾਰ ਰੂਪੀ ਪਹਾੜ ਤੋਂ ਹੇਠਾਂ ਉਤਰ ਕੇ ਸਾਰਿਆਂ ਦੇ ਚਰਨਾਂ ਦੀ ਧੂੜੀ ਰੂਪ ਹੋ ਜਾਣ। ਜੇ ਤੂੰ ਨਿਮਰਤਾ ਵਿੱਚ ਜਾ ਕੇ ਐਸਾ ਘਰ ਪਾ ਲਵੇਂ, ਤੇਰੇ ਅੰਦਰ ਜਿਹੜੀ ਜਿਵੇਂ ਉਹ ਪਹਾੜ ਉੱਪਰ ਠੰਡ ਗਰਮੀ ਲੱਗਦੀ ਹੈ, ਤੈਨੂੰ ਜਿਹੜੀ ਰਾਗ ਦਵੈਸ਼ ਰੂਪੀ ਠੰਡ ਗਰਮੀ ਲੱਗ ਰਹੀ ਹੈ, ਈਰਖਾ ਰੂਪ, ਕ੍ਰੋਧ ਰੂਪ, ਇਹ ਸਾਰੇ ਤੇਰੇ ਵਿਕਾਰ ਛੁੱਟ ਜਾਣਗੇ, ਨਿਵਰਤ ਹੋ ਜਾਣਗੇ, ਤਦੋਂ ਤੂੰ ਬਹੁਤ ਸੁਖ ਪਾਏਗਾ। ਹੇ ਮੇਰੇ ਮਨਾ। ਸ੍ਰੀ ਬਾਲਾ ਸੰਦਰ ਵਾਚਾ ਚੌਪਈ। ਸ੍ਰੀ ਅੰਗਦ ਸੁਣੀਏ ਇਤਿਹਾਸਾ। ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਸੋਹਣਾ ਇਤਿਹਾਸ ਸੁਣੀਏ। ਲਹਿਰ ਨਗਰ ਬੈਠੇ ਸੁਖ ਰਾਸਾ। ਸੁੱਖਾਂ ਦੀ ਰਾਸ, ਸੁੱਖਾਂ ਦੀ ਪੂੰਜੀ ਗੁਰੂ ਨਾਨਕ ਸਾਹਿਬ ਜੀ ਜੋ ਨਗਰ ਹੈ ਐਮਨਾਬਾਦ, ਇਹਦੇ ਬਾਰ-ਬਾਰ ਹੀ ਬੈਠੇ ਹੋਏ, ਜਿੱਥੇ ਅੱਜ ਕੱਲ੍ਹ ਰੋੜੀ ਸਾਹਿਬ ਸਥਾਨ ਬਣਿਆ ਹੋਇਆ ਬੜਾ ਸੋਹਣਾ, ਉਸ ਦੀ ਜਿਹੜੀ ਦਰਸ਼ਨ ਜੋੜੀ ਹੈ, ਦਰਸ਼ਨ ਕਰਨੇ ਯੋਗ ਹੈ। ਉਤੋਂ ਪਠਾਨ ਤਹਾਂ ਕੋ ਰਾਜਾ। ਇਸ ਐਮਨਾਬਾਦ ਸ਼ਹਿਰ ਦਾ ਪਠਾਣੀ ਰਾਜਾ ਸੀ, ਸਾਰੇ ਪਠਾਣ ਹੀ ਪਠਾਣ ਹੈਗੇ ਸਨ ਰਹਿੰਦੇ। ਘਰ ਘਰ ਬਾਹਰ ਬਜਾਵਹਿ ਬਾਜਾ। ਜੋ ਕਿ ਮਸਤੇ ਹੋਏ ਸਨ, ਮਸਤੀ ਚੜੀ ਹੋਈ ਸੀ ਇਹਨਾਂ ਨੂੰ, ਘਰ ਘਰ ਵਿੱਚ ਬਹੁਤ ਵਾਜੇ ਵਜਾਉਂਦੇ ਪਏ ਸੀ। ਅਦਕ ਵਿਆਹ ਤਿਸ ਦਿਨ ਪੁਰਮਾਹੀ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਜਿਸ ਦਿਨ ਮਹਾਰਾਜ ਜੀ ਐਮਨਾਬਾਦ ਵਿੱਚ ਗਏ ਹੈ, ਉਸ ਦਿਨ ਇਸ ਐਮਨਾਬਾਦ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵਿਆਹ ਹੋ ਰਹੇ ਸਨ। ਕਰਤ ਕੋਲਾਹਲ ਔਰ ਹਰ ਖਾਹੀ। ਕਰਤ ਕੋਲਾਹਲ, ਇਹਦੇ ਵਿੱਚ ਬਹੁਤ ਖੁਸ਼ ਹੋ ਕੇ ਖੁਸ਼ੀਆਂ ਕਰ ਰਹੇ ਸਨ, ਰੌਲੇ ਰੱਪੇ ਪਾ ਰਹੇ ਸੀ, ਚੀਕ ਚਿਹਾੜਾ ਪਾ ਰਹੇ ਸਨ ਮਸਤੀ ਵਿੱਚ। ਗਾਵਹਿ ਨਾਚਹਿ ਮਾਚਹਿ ਰੰਗਾ। ਗਾਉਂਦੇ ਆ ਗਾਣੇ, ਨੱਚਦੇ ਆ ਬਾਹਾਂ ਲੱਤਾਂ ਮਾਰ ਮਾਰ ਕੇ, ਰੰਗਾਂ ਵਿੱਚ ਮਸਤ ਹੋਏ ਪਏ, ਮੱਚੇ ਪਏ।
ਐਵੇਂ ਰੰਗਾਂ ਵਿੱਚ ਹੀ ਤਦਾਕਾਰ ਹੋਏ ਪਏ ਸਨ। ਅਤ ਉਤਸਵ ਮਹਿ ਰਹੇ ਉਮੰਗਾ। ਬਹੁਤ ਹੀ ਉਤਸ਼ਾਹ ਵਿੱਚ ਉਛਲ ਰਹੇ ਹੈ, ਛਲਾਂਗਾ ਮਾਰਦੇ ਤਾਂ ਨੂੰ ਡਾਰੀਆਂ ਮਾਰ ਰਹੇ ਨੱਚ ਨੱਚ ਕੇ। ਭੂਖਨ ਬਸਤਰ ਨਵੀਨ ਪਹਿਰ ਕੈ। ਗੁਰੂ ਅੰਗਦ ਦੇਵ ਸਾਹਿਬ ਜੀ ਸੋਹਣੇ ਗਹਿਣੇ ਪਹਿਨ ਕੇ, ਨਵੇਂ ਨਵੇਂ ਕੱਪੜੇ ਪਹਿਨ ਕੇ, ਬਨੇ ਸ਼ੈਲ ਬਹੁ ਗਰਭ ਗਹਿਰ ਕੈ। ਡੂੰਘੇ ਹੰਕਾਰ ਵਿੱਚ ਬਹੁਤ ਸ਼ੈਣ ਸ਼ਬੀਲੇ ਬਣੇ ਹੋਏ ਸੀ ਇਹ ਪਠਾਨ। ਅਵਲੋਕਤ ਹੈ ਰੰਗ ਤਮਾਸੇ। ਜਿਹੜੇ ਰੰਗ ਤਮਾਸ਼ੇ ਹੈ, ਇਹ ਬਹੁਤ ਰੰਗ ਤਮਾਸ਼ੇ ਕਰਦੇ ਤੇ ਦੇਖਦੇ ਐ। ਅਨੇਕ ਪ੍ਰਕਾਰ ਨਠਾਨਹਿ ਹਾਸੇ। ਅਨੇਕਾਂ ਤਰ੍ਹਾਂ ਦੇ ਜਿਹੜੇ ਆਪੋ ਵਿੱਚ ਠੱਠੇ ਮਖੌਲ ਕਰਦੇ ਐ, ਇੱਕ ਦੂਜੇ ਨੂੰ ਗੱਲ ਕਰਕੇ ਤਾੜੀਆਂ ਮਾਰਦੇ ਨਾਲੇ ਹੱਸਦੇ ਐ। ਗਰੀਅਨ ਬਿਖਾ ਕੁਦਾਏ ਤਰੰਗਾ। ਗਰੀਅਨ ਜਿਹੜੇ ਘੋੜੇ ਆ, ਘੋੜਿਆਂ 'ਤੇ ਚੜ੍ਹ ਕੇ ਪਠਾਨ, ਕਿਉਂਕਿ ਪਠਾਨ ਘੋੜਿਆਂ ਦੀ ਸਵਾਰੀ ਜ਼ਿਆਦਾ ਕਰਦੇ, ਜਵਾਨ ਵੀ ਬੜੇ ਹੁੰਦੇ, ਸਰੀਰਾਂ ਦੇ ਵੀ ਤਗੜੇ ਹੁੰਦੇ, ਅਤੇ ਇਵੇਂ ਜਵਾਨੀ ਪੂਰੀ ਹੈ, ਘੋੜੇ ਥੱਲੇ ਹੈ। ਘੋੜਿਆਂ ਨੂੰ ਜਿਹੜੇ ਐਮਨਾਬਾਦ ਦੀਆਂ ਗਲੀਆਂ ਵਿੱਚ ਕੁਦਾਉਂਦੇ ਹੈ, ਟਪਾਉਂਦੇ ਹੈ, ਨਠਾਈ ਫੇਰਦੇ, ਗੇੜੀਆਂ ਕੱਢਦੇ ਹੈ। ਬੈਠੇ ਮੂਛ ਬਾਮ ਸਰਬੰਗਾ। ਐਵੇਂ ਜਿਹੜੀਆਂ ਮੁੱਛਾਂ ਬੜੀਆਂ ਕੁੰਡੀਆਂ ਕਰਕੇ, ਸਾਰੇ ਅੰਗ ਅਕੜਾ ਕੇ ਆਕੜ ਕੇ ਬੈਠਦੇ ਘੋੜਿਆਂ ਉੱਪਰ। ਸ੍ਰੀ ਕਰਤਾਰ ਦਿਸ਼ਾ ਤੇ ਭੁੱਲੇ। ਤੇ ਗੁਰੂ ਪਰਮਾਤਮਾ ਖੁਦਾ ਵੱਲੋਂ ਕਰਤਾਰ ਪਰਮੇਸ਼ਰ ਦੀ ਦਿਸ਼ਾ ਤੇ ਭੁੱਲੇ ਹੀ ਪਏ ਹੈ, ਪਤਾ ਹੀ ਨਹੀਂ ਵੀ ਰੱਬ ਕਿੱਥੇ ਵਸਦਾ ਹੈ। ਜਿਵੇਂ ਆ ਕਈ ਅੱਜ ਕੱਲ੍ਹ ਦੇ ਜਵਾਨ ਪੀੜ੍ਹੀ ਜਿਹੜੀ, ਉਹਨਾਂ ਦੇ ਵੀ ਵਾਲਾਂ ਦਾ ਪਤਾ ਨਹੀਂ ਲੱਗਦਾ, ਬਾਹਾਂ 'ਤੇ ਉਹਨਾਂ ਕਈ ਕੁਝ ਵਗਾਇਆ ਹੁੰਦਾ। ਉਦੋਂ ਘੋੜੇ ਪਹਿਲਾਂ ਵੱਡੀ ਚੀਜ਼ ਹੁੰਦੀ ਸੀ, ਅਤੇ ਹੁਣ ਕਾਰਾਂ ਹੈਗੀਆਂ, ਉਹ ਵੀ ਕਾਰਾਂ ਵਿੱਚ ਬੈਠੇ ਹੁੰਦੇ ਹੈ, ਮਰਜ਼ੀ ਦੇ ਗੀਤ ਲਾਏ ਹੁੰਦੇ ਹੈ, ਰੱਬ ਭੁੱਲਿਆ ਹੁੰਦਾ। ਉਹਨਾਂ ਨੂੰ ਵੀ ਨਹੀਂ ਪਤਾ ਗੁਰੂ ਕਿੱਥੇ ਵਸਦੇ ਹੈ, ਪਰਮੇਸ਼ਰ ਕਿੱਥੇ ਵਸਦੇ ਹੈ। ਉਹ ਜਵਾਨੀ ਹੈ ਨਾ, ਅਤੇ ਨਾਲੇ ਮਾਇਆ ਦਾ ਜ਼ੋਰ ਹੈ, ਬਚੇ ਬਚਾਵੇ ਰਾਮ, ਰੱਬ ਹੀ ਬਚਾਵੇ। ਐਵੇਂ ਪਠਾਨ ਪਰਮਾਤਮਾ ਵੱਲੋਂ ਦੇ ਭੁੱਲੇ ਹੀ ਪਏ ਸਨ। ਵਿਸ਼ਾ ਵਿਕਾਰਨ ਮਹਿ ਅਨਕੂਲੇ। ਵਿਸ਼ਿਆਂ ਅਤੇ ਵਿਕਾਰਾਂ ਵਿੱਚ ਹੀ ਅਨੁਸਾਰੀ ਹੋਏ ਪਏ ਸੀ, ਵਿਸ਼ੇ ਵਿਕਾਰ ਹੀ ਮਾਣਦੇ ਸਨ। ਸੰਤ ਅਤਿਥ ਕੀ ਸੇਵ ਨਾ ਜਾਣਹਿ। ਸੰਤ ਵੀ ਸੰਤ ਆ ਗਿਆ, ਕੋਈ ਲੋੜਵੰਦ ਗਰੀਬ ਗੁਰਬਾ ਆ ਗਿਆ, ਸੇਵਾ ਕਰਨੀ ਤੇ ਜਾਣਦੇ ਨਹੀਂ ਸਨ, ਜਮਾਂ ਹੀ ਵਿਗੜੇ ਸੀ। ਦੇਖ ਫਕੀਰਨ ਹਾਸੀ ਠਾਨਹਿ। ਫਕੀਰ ਜੇ ਕੋਈ ਆ ਜਾਂਦਾ ਐਮਨਾਬਾਦ ਦੇ ਵਿੱਚ, ਉਸ ਫਕੀਰ ਨੂੰ ਵੇਖ ਕੇ ਹਾਸੀ ਜੀ ਕਰਦੇ ਵੀ ਆ ਕਿੱਥੇ ਆ ਗਿਆ, ਮੈਂ ਗੋਦੜੀ ਜੀ ਪਾ ਕੇ। ਪ੍ਰਭਤਾ ਮਦ ਤੇ ਭਏ ਸੇ ਅੰਧੇ। ਆਪਣੇ ਪ੍ਰਤਾਪ ਪ੍ਰਭਤਾ ਵਡਿਆਈ ਦੇ ਨਸ਼ੇ ਵਿੱਚ, ਹੰਕਾਰ ਵਿੱਚ ਅੰਧੇ ਹੀ ਹੋਏ ਪਏ ਸਨ। ਜਵਾਨੀ ਚੜੀ ਹੋਈ ਸੀ, ਮਾਇਆ ਹੈਗੀ ਸੀ, ਮਾਇਆ ਧਾਰੀ ਅਤ ਅੰਨਾ ਬੋਲਾ, ਅੰਨੇ ਬੋਲੇ ਹੋਏ ਪਏ ਸਨ। ਪਰੇ ਗਰਤ ਜਗ ਬੰਧਨ ਬੰਦੇ। ਸੰਸਾਰ ਰੂਪੀ ਟੋਏ ਵਿੱਚ ਡਿੱਗੇ ਪਏ ਸੀ, ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਦੇ ਸੰਗਲਾਂ ਵਿੱਚ ਹੀ ਵੱਜੇ ਸਨ। ਦੇਖਹਿ ਦੁਖੀ ਦਇਆ ਨਹਿ ਕਰਹਿ। ਐਵੇਂ ਦੁਖੀਆਂ ਨੂੰ ਦੇਖ ਕੇ ਦਇਆ ਨਹੀਂ ਸੀ ਕਰਦੇ, ਕੋਈ ਤਰਸ ਨਹੀਂ ਸੀ ਕਰਦੇ ਲੋਕ। ਮਹਾ ਮੰਦ ਮਤ ਪਰ ਤੀਹ ਹਰਹਿ। ਬੜੀ ਭੈੜੀ ਮੱਤ ਵਾਲੇ ਪਰਾਇਆਂ ਦੀ ਇਸਤਰੀਆਂ ਵੇਖ ਕੇ ਚੁਰਾ ਲੈਂਦੇ ਸਨ। ਪੀਅਤ ਸ਼ਰਾਬ ਘੁੰਮਤੇ ਫਿਰਹਿ। ਸ਼ਰਾਬ ਲਾਣ ਡੱਫ ਕੇ ਤੇ ਘੁੰਮਦੇ ਫਿਰਦੇ ਸਨ, ਐਮਨਾਬਾਦ ਦੀ ਗਲੀ ਵਿੱਚ ਚਾਂਗਰਾ ਮਾਰਦੇ। ਸਾਸਨ ਦੇਹ ਗਰੀਬਨ ਧਰਹਿ। ਜੇ ਕੋਈ ਗਰੀਬ ਵਿਚਾਰਾ ਮਿਲ ਪੈਂਦਾ ਅੱਗੋਂ, ਪੀਤੀ ਦੇ ਨਸ਼ੇ ਵਿੱਚ ਹੀ, ਤੇ ਉਂਝ ਵੀ ਜਵਾਨੀ ਦੇ ਨਸ਼ੇ ਵਿੱਚ ਹੀ ਬੜੀ ਸਜ਼ਾ ਦਿੰਦੇ ਸਨ ਫੜ ਕੇ। ਜਹਾਂ ਅੰਗਨਾ ਸੁੰਦਰ ਹੈ ਰਹਿ। ਜਿੱਥੇ ਹੀ ਆ ਕਿਸੇ ਦੀ ਜਿਹੜੀ ਤਰੀਮਤ ਤੀਵੀ ਸੋਹਣੀ ਦੇਖਦੇ ਸਨ, ਬਾਰ ਬਾਰ ਬਾਜੀ ਬਰਫੇ ਰਹਿ। ਬਾਰ ਬਾਰ ਉੱਥੇ ਘੋੜਾ ਸ੍ਰੇਸ਼ਟ ਲਿਆ ਕੇ ਫੇਰਦੇ ਘੁਮਾਉਂਦੇ ਐ,
ਗੇੜੀਆਂ ਕੱਢਦੇ ਅੱਜ ਕੱਲ੍ਹ ਵਾਂਗ। ਬੈਠੇ ਰਹੇ ਬਹਿਰ ਜਗ ਸਾਈ। ਸੰਸਾਰ ਦੇ ਜੋ ਸਾਈਂ ਗੁਰੂ ਨਾਨਕ ਸਾਹਿਬ ਜੀ ਹੈ ਪਰਮਾਤਮਾ, ਇੱਧਰ ਐਮਣਾਬਾਦ ਦੇ ਸ਼ਹਿਰ ਦੇ ਬਾਹਰ ਵਾਰੀ ਬੈਠੇ ਰਹੇ ਵੀ ਉੱਥੇ ਤੇ ਸਾਰਾ ਗੰਦ ਇਕੱਠਾ ਹੋਇਆ ਹੈ। ਸੇਵਾ ਕਰੀ ਨਾ ਕਿਨਹੁ ਆਈ। ਇਹ ਇੰਨੇ ਲੋਕ ਮਾੜੇ ਐ ਵੀ ਸੇਵਾ ਕਿਸੇ ਨੇ ਵੀ ਆ ਕੇ ਸਤਿਗੁਰਾਂ ਦੀ ਤੇ ਜਿਹੜੇ ਨਾਲ ਸੰਤ ਹੈ ਕਿਸੇ ਦੀ ਸੇਵਾ ਨਹੀਂ ਕੀਤੀ ਕਿਸੇ ਨੇ ਆ ਕੇ। ਉਤੇ ਫਕੀਰ ਸੰਗ ਤਿਹ ਥਾਏ। ਉਸ ਥਾਵੇਂ ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਸਨ, ਰੋੜੀ ਸਾਹਿਬ ਵਾਲੇ ਸਥਾਨ ਤੇ ਸੰਤ ਵੀ ਨਾਲ ਹੀ ਆਏ ਹੋਏ ਸੀ। ਭਏ ਸ਼ੁਦਾ ਤੁਰ ਮੁਖ ਕਮਲਾਏ। ਸ਼ਾਮ ਦਾ ਵੇੜਾ ਹੋ ਗਿਆ ਜਦੋਂ ਤੇ ਭੁੱਖ ਨਾਲ ਵਿਆਕਲ ਹੋਏ ਸਨ, ਜਿਸ ਕਰਕੇ ਮੁੱਖ ਇਹਨਾਂ ਸੰਤਾਂ ਦੇ ਤੇ ਕੁਮਲਾ ਗਏ, ਮੁਰਝਾ ਗਏ। ਸਗਰੋ ਦਿਵਸ ਬਤੀਤਾ ਜਬ ਹੀ। ਜਦੋਂ ਸਾਰਾ ਬਤੀਤ ਦਿਨ ਬੀਤ ਗਿਆ, ਸੰਧਿਆ ਦਾ ਸਮਾਂ ਹੋ ਗਿਆ, ਅੰਦਰ ਬਾਹਰ ਜੇ ਦਿਨ ਹੋ ਗਿਆ। ਭਈ ਨਿਸਾ ਬੋਲੇ ਪ੍ਰਭ ਤਬ ਹੀ। ਤਦੋਂ ਰਾਤ ਹੋ ਗਈ ਹੈ ਤੇ ਗੁਰੂ ਨਾਨਕ ਸਾਹਿਬ ਜੀ ਬੋਲੇ ਐ, ਹੇ ਸੰਤ ਹੋ ਦ્વੈ ਉਠ ਕਰ ਜਾਵ ਹੋ। ਇਹ ਸੰਤੋ ਤੁਸੀਂ ਵਿੱਚੋਂ ਤੁਹਾਡੇ 2 ਜਾਣੇ ਉੱਠ ਕਰਕੇ ਜਾਓ ਇਸ ਸ਼ਹਿਰ ਵਿੱਚ। ਔਰ ਤੇ ਜਾਚ ਅਸਨ ਕੋ ਖਾਵਹੁ। ਵੀ ਸ਼ਹਿਰ ਵਿੱਚ ਮੰਗ ਕਰਕੇ ਤੇ ਭੋਜਨ ਤੁਸੀਂ ਛਕ ਲਓ, ਖਾ ਲਓ। ਜੇ ਬੈਠਿਓ ਦੇਵਾ ਕੋ ਵੀ ਨਾਹੀ। ਜੇ ਤੁਸੀਂ ਇੱਥੇ ਬੈਠੇ ਹੋਏ ਐ ਤੇ ਬੈਠਿਆਂ ਨੂੰ ਆ ਕੇ ਕੋਈ ਨਹੀਂ ਦੇ ਰਿਹਾ। ਘਰ ਮਹਿ ਜਾਏ ਜਾਚ ਕਿਨ ਖਾਹੀ। ਚਲੋ ਜੇ ਇਹਨਾਂ ਨੇ ਬੈਠਿਆਂ ਨੂੰ ਕਿਸੇ ਨੇ ਦਿੱਤਾ ਤੇ ਤੁਸੀਂ ਇਹਨਾਂ ਦੇ ਘਰਾਂ ਵਿੱਚ ਜਾ ਕੇ ਰਸਤ ਬਸਤ ਮੰਗ ਕੇ ਪਾਓ, ਜੋ ਆਟਾ ਚੌਲ ਦਾਲ ਲੂਣ ਮਿਰਚ ਜੋ ਵੀ ਕੁਝ ਦਿੰਦੇ ਆ, ਸੁੱਕੀ ਰਸਤ ਲੈ ਆਓ ਤੇ ਆਪ ਤਿਆਰ ਕਰਕੇ ਭੋਜਨ ਛਕ ਲਓ ਕਿਸੇ ਪਾਸੋਂ ਲਿਆ ਕੇ। ਮਰਦਾਨੇ ਤੂੰ ਜਾਹੇ ਸੰਗਾਰੇ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਵੀ ਭਾਈ ਮਰਦਾਨਾ ਤੂੰ ਨਾਲ ਹੀ ਇਹਨਾਂ ਦੇ ਜਾ। ਆਵਤ ਲਾਲੋ ਲਿਹੋ ਹਕਾਰੇ। ਤੇ ਜਦੋਂ ਉੱਧਰੋਂ ਰਸਤ ਬਸਤ ਲੈ ਕੇ ਵਾਪਸ ਆਓਗੇ, ਆਉਂਦਿਆਂ ਸਾਡੇ ਸੇਵਕ ਭਾਈ ਲਾਲੋ ਨੂੰ ਵੀ ਸੱਦ ਕੇ ਨਾਲ ਹੀ ਲੈ ਆਓ। ਸ੍ਰੀ ਗੁਰ ਕੀ ਸੁਨ ਕੈ ਅਸ ਆਇਸਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਐਸੀ ਆਗਿਆ ਸੁਣ ਕੇ ਮਰਦਾਨਾ ਦ્વੈ ਸੰਤ ਸਿਧਾਇਸਾ। ਭਾਈ ਮਰਦਾਨਾ ਤੇ 2 ਸੰਤ ਨਾਲ ਚੱਲ ਪਏ। ਜਹਾਂ ਪਠਾਨ ਮਹਾਨ ਨਿਕੇਤਾ। ਜਿੱਥੇ ਪਠਾਣਾ ਦੇ ਬਹੁਤ ਜ਼ਿਆਦਾ ਘਰ ਸਨ। ਗਏ ਤਹਾਂ ਅੰਨ ਲੈਨੇ ਹੇਤਾ। ਅੰਨ ਲੈਣ ਵਾਸਤੇ ਉੱਥੇ ਹੀ ਭਾਈ ਮਰਦਾਨਾ ਤੇ 2 ਸੰਤ ਨਾਲ ਚਲੇ ਗਏ। ਜਾਚਨ ਕਰਾਂ ਜਾਏ ਜਿਸ ਪਾਹੀ। ਜਿਸ ਕੋਲ ਵੀ ਜਾ ਕੇ ਮੰਗਣਾ ਕਰਦੇ ਐ। ਸੁਨ ਹੈ ਬਹੁਰ ਉੱਤਰ ਦੇ ਨਾਹੀ। ਸੁਣਦੇ ਤੇ ਹੈਗੇ, ਕੰਨ ਤੇ ਖੁੱਲੇ ਹੋਏ ਐ, ਪਰ ਜ਼ੁਬਾਨ ਨਹੀਂ ਖੁੱਲਦੀ, ਉੱਤਰ ਹੀ ਨਹੀਂ ਦਿੰਦੇ ਅੱਗੋਂ। ਮਦ ਪਾਨੀ ਬੋਲਾ ਦੁਰਬਨਾ। ਐਵੇਂ ਜਿਹੜਾ ਹੰਕਾਰ ਸ਼ਰਾਬ ਪੀਤੀ ਹੋਈ ਹੈ, ਡਫੀ ਹੋਈ ਹੈ ਤੇ ਖੋਟੇ ਬਚਨ ਬੋਲਦੇ ਅੱਗੋਂ। ਜਾਚਤ ਫਿਰੇ ਤਹਾਂ ਬਹੁ ਐਨਾ। ਐਵੇਂ ਭਾਈ ਮਰਦਾਨਾ ਤੇ ਸੰਤ ਐਮਣਾਬਾਦ ਸ਼ਹਿਰ ਦੇ ਬਹੁਤ ਘਰਾਂ ਵਿੱਚ ਮੰਗਦੇ ਫਿਰਦੇ ਐ। ਦੇਣਾ ਲੈਣਾ ਤੇ ਕੀ ਅੱਗੋਂ ਭੈੜਾ ਹੀ ਬੋਲਦੇ ਆ, ਪੀਤੀ ਹੋਈ ਹੈ ਸ਼ਰਾਬ ਸਭ ਨੇ। ਪਰ ਵਿਸ਼ੇ ਇੱਕ ਨਿਕੇਤ ਕੇ ਮਾਹੀ। ਇੱਕ ਅਖੀਰੀ ਇੱਕ ਘਰ ਦੇ ਵਿੱਚ ਪ੍ਰਵੇਸ਼ ਹੋ ਗਏ। ਜਾਚਿਓ ਅੰਨ ਜਾਏ ਤਿਹ ਬਾਹੀ। ਜਾ ਕਰਕੇ ਉਸ ਘਰ ਦੇ ਵਿੱਚ ਤੇ ਉਹ ਪਠਾਨਾਂ ਦੇ ਘਰੋਂ ਅੰਨ ਮੰਗਿਆ ਹੈ। ਦਇਓ ਨਾ ਕਛ ਨਹ ਬੋਲਹਿ ਬਾਣੀ। ਕੁਝ ਨਹੀਂ ਦਿੱਤਾ, ਨਾ ਕੋਈ ਬਾਣੀ ਬਚਨੀ ਬੋਲੇ ਵੀ ਹੈ ਨਹੀਂ ਕੱਖ ਵੀ। ਤਿਹ ਛਿਨ ਆਵਾ ਇੱਕ ਮਦ ਪਾਨੀ। ਉਹ ਇੰਨੇ ਨੂੰ ਇੱਕ ਪਠਾਨ ਆ ਗਿਆ ਉੱਥੇ, ਜਿੰਨੇ ਪੂਰੀ ਲਾਨ ਡੱਫੀ ਹੋਈ ਸੀ, ਸ਼ਰਾਬ ਪੀਤੀ ਹੋਈ ਸੀ। ਮਰਦਾਨੇ ਕੋ ਦੀਨ ਤਕੇਲਾ। ਐ ਸ਼ਰਾਬ ਪੀ ਕੇ ਗੁੱਟ ਹੋਇਆ ਪਿਆ ਸੀ ਇਹ, ਤੇ ਆਉਂਦਿਆਂ ਭਾਈ ਮਰਦਾਨੇ ਨੂੰ ਉਹਨੇ ਧੱਕਾ ਦੇ ਦਿੱਤਾ। ਉਹ ਬਲ ਸਾ ਧਰਨੀ ਪਰ ਮੇਲਾ। ਬਹੁਤ ਬਲ ਨਾਲ
ਧਰਤੀ ਦੇ ਉੱਪਰ ਮੇਲ ਦਿੱਤਾ। ਭਾਵ ਭਾਈ ਮਰਦਾਨੇ ਨੂੰ ਧੱਕਾ ਮਾਰ ਕੇ ਧਰਤੀ ਉੱਪਰ ਸੁੱਟ ਦਿੱਤਾ ਜ਼ੋਰ ਨਾਲ। ਚੋਟ ਲੱਗੀ ਪਾਈ ਤਨ ਪੀਰਾ। ਡਿੱਗਣ ਕਰਕੇ ਭਾਈ ਮਰਦਾਨਾ ਜੀ ਦੇ ਚੋਟ ਲੱਗ ਗਈ, ਸੱਟ ਲੱਗ ਗਈ ਹੈ, ਸਰੀਰ ਕਰਕੇ ਬੜੀ ਪੀੜਾ ਪਾਈ ਹੈ। ਪੁਰ ਤਜ ਚੱਲੇ ਤੁਰਤ ਪ੍ਰਭ ਤੀਰਾ। ਇਹ ਸੰਤਾਂ ਦੋਵਾਂ ਨੇ ਵੇਖਿਆ ਵੀ ਇਹ ਬਹੁਤ ਮਾੜੇ ਲੋਕ ਹੈ, ਐਮਨਾਬਾਦ ਸ਼ਹਿਰ ਛੱਡ ਕੇ ਚੱਲੇ ਹੈ ਸਤਿਗੁਰੂ ਜੀ ਦੇ ਪਾਸ, ਜਿੱਥੇ ਮਹਾਰਾਜ ਵਾਰ-ਵਾਰ ਵਿਰਾਜਮਾਨ ਬੈਠੇ ਸਨ। ਲਾਲੋ ਕੋ ਬੁਲਾਏ ਨਿਜ ਸਾਥਾ। ਭਾਈ ਲਾਲੋ ਨੂੰ ਜਿਹੜਾ ਆਪਣੇ ਨਾਲ ਹੀ ਬੁਲਾ ਕੇ ਲੈ ਲਿਆ ਹੈ। ਆਏ ਜਹ ਬੈਠੇ ਜਗਨਾਥਾ। ਜਿੱਥੇ ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਮਾਲਕ ਬੈਠੇ, ਇੱਥੇ ਆ ਗਏ ਆ ਭਾਈ ਮਰਦਾਨਾ ਤੇ ਸੰਤ। ਭੁਲਜੇ ਦਾਨੇ ਕੁਛਕ ਤਿਆਰੀ। ਕੁਝ ਕੁ ਜਿਹੜੇ ਉਸ ਵੇਲੇ ਭੁੱਜੇ ਹੋਏ ਛੋਲਿਆਂ ਦੇ ਦਾਣੇ ਤਿਆਰ ਸਨ। ਲੈ ਸੋ ਲਾਲੋ ਧਰੇ ਅਗਾਰੀ। ਭਾਈ ਲਾਲੋ ਨੇ ਆਪਣੇ ਘਰ ਵਿੱਚੋਂ ਲੈ ਕੇ ਸਤਿਗੁਰੂ ਜੀ ਦੇ ਅੱਗੇ ਜਾ ਰੱਖੇ ਐ। ਪਾਇਨ ਪਾਸ ਪਾਇਨ ਕਰਕੇ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪਾਸ ਪੁੱਜੇ ਹੋਏ ਦਾਣਿਆਂ ਦੀ ਭੇਟਾ ਰੱਖ ਕਰਕੇ ਕਹਿਓ ਜੋਰ ਕਰ ਸਿਰ ਧਰ ਧਰ ਕੇ। ਤੇ ਜਿਹੜਾ ਹੈ ਕਹਿਓ ਜੋਰ ਕਰ, ਦੋਵੇਂ ਹੱਥ ਜੋੜ ਕੇ ਆਪਣਾ ਸੀਸ ਧਰਤੀ ਉੱਪਰ ਰੱਖ ਕਰਕੇ ਤੇ ਕਿਹਾ ਹੈ। ਕਹਿਣ ਲੱਗਾ ਬੀਤਿਓ ਚਿਰ ਕਾਲਾ। ਕਹਿਣ ਲੱਗਾ ਭਾਈ ਲਾਲੋ ਮਹਾਰਾਜ ਬਹੁਤ ਸਮਾਂ ਹੀ ਲੰਘ ਗਿਆ ਹੈ। ਰਾਵਰ ਦਰਸ਼ਨ ਦੀਨ ਦਿਆਲਾ। ਦੀਨਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦਾ ਦਰਸ਼ਨ ਕੀਤਿਆਂ ਬਹੁਤ ਸਮਾਂ ਲੰਘ ਗਿਆ। ਅੱਜ ਆਪ ਜੀ ਦੀ ਮਿਹਰ ਹੋਈ, ਆਪ ਜੀ ਦਾ ਦਰਸ਼ਨ ਹੋ ਗਿਆ ਹੈ। ਕੁਸ਼ਲ ਪ੍ਰਸ਼ਨ ਕਰਕੇ ਸੰਗ ਤਾਹੀ। ਐਵੇਂ ਸਤਿਗੁਰੂ ਜੀ ਨੇ ਰਾਜੀ ਖੁਸ਼ੀ ਸੁਖ ਸਾਂਦ ਪੁੱਛ ਕਰਕੇ ਭਾਈ ਲਾਲੋ ਨਾਲ ਬੈਠਾਰਿਓ ਪ੍ਰਭ ਆਪਨ ਪਾਹੀ। ਸਤਿਗੁਰੂ ਜੀ ਨੇ ਆਪਣੇ ਪਾਸ ਹੀ ਭਾਈ ਲਾਲੋ ਨੂੰ ਬਿਠਾ ਲਿਆ ਹੈ। ਬਹਰੋ ਦੋ ਸੰਤ ਸੋ ਪੁੱਛੇ। ਫਿਰ ਜਿਹੜੇ ਦੋ ਸੰਤ ਗਏ ਸੀ ਉਹਨਾਂ ਨੂੰ ਪੁੱਛਿਆ, ਕਿਸ ਬਿਦ ਹਟ ਆਏ ਤਮਸ਼ੂਸ਼ੇ। ਕਿ ਸੰਤੋ ਕਿਸ ਤਰ੍ਹਾਂ ਜਿਹੜਾ ਤੁਸੀਂ ਖਾਲੀ ਮੁੜ ਕੇ ਵਾਪਸ ਆ ਗਏ ਹੋ। ਸੁਨਤ ਫਕੀਰਨ ਸਰਬ ਬਤਾਈ। ਗੁਰੂ ਸਾਹਿਬ ਜੀ ਤੋਂ ਸੁਣਦਿਆਂ ਇਸ ਫਕੀਰਾਂ ਸੰਤਾਂ ਨੇ ਸਾਰੀ ਗੱਲ ਦੱਸੀ ਹੈ। ਮਰਦਾਨੇ ਕੀ ਚੋਟ ਦਿਖਾਈ। ਤੇ ਭਾਈ ਮਰਦਾਨੇ ਦੇ ਜਿਹੜੀ ਚੋਟ ਲੱਗੀ ਧੱਕਾ ਮਾਰਨੇ ਕਰਕੇ ਉਹ ਵੀ ਦਿਖਾਈ ਹੈ। ਪਾਮਰ ਪੁਰਖ ਰਹਿ ਪਰਮਾਹੀ। ਮਹਾਰਾਜ ਤੁਸਾਂ ਨੇ ਘੱਲ ਤੇ ਦਿੱਤਾ ਹੈ ਐਮਨਾਬਾਦ ਸ਼ਹਿਰ ਦੇ ਵਿੱਚ, ਤੇ ਸਾਰੇ ਪਾਮਰ ਨੀਚ ਪੁਰਸ਼ ਹੀ ਰਹਿੰਦੇ ਐ। ਹਰ ਸੰਤਨਾ ਜਹ ਆਦਰ ਨਾਹੀ। ਜਿੱਥੇ ਪਰਮੇਸ਼ਰ ਦੇ ਸੰਤਾਂ ਦਾ ਤੇ ਬਿਲਕੁਲ ਕੋਈ ਆਦਰ ਹੀ ਨਹੀਂ ਕਰਦਾ। ਪਤਾ ਹੀ ਨਹੀਂ ਹੈ ਵੀ ਸੰਤ ਫਕੀਰ ਹੁੰਦੇ ਕੀ ਹੈ। ਸੇਵਾ ਕਰਨੀ ਰਹੀ ਸੋ ਰੀਤੀ। ਮਹਾਰਾਜ ਜਿਹੜੀ ਸੇਵਾ ਕਰਨੀ ਹੈ ਉਹਦੀ ਤੇ ਜਿਹੜੀ ਰੀਤੀ ਮਰਿਆਦਾ ਇੱਕ ਪਾਸੇ ਰਹਿ ਗਈ। ਬੇਮੁਖ ਦੀਏ ਦੁਖ ਕੀਏ ਵਿਪਰੀਤੀ। ਸਗੋਂ ਪਰਮਾਤਮਾ ਖੁਦਾ ਵੱਲੋਂ ਬੇਮੁਖ ਲੋਕ ਹੋਏ ਪਏ ਤੇ ਉਲਟੀ ਰੀਤੀ ਮਹਾਰਾਜ ਕੀਤੀ ਹੈ ਤੇ ਭਾਈ ਮਰਦਾਨੇ ਨੂੰ ਦੁੱਖ ਦਿੱਤਾ, ਧੱਕਾ ਮਾਰ ਕੇ ਸੱਟ ਲਾ ਦਿੱਤੀ ਹੈ। ਸੁਨਤ ਅਵਗਿਆ ਸੰਤਨ ਕੇਰੀ। ਜਿਵੇਂ ਸੰਤਾਂ ਦੀ ਭਾਈ ਮਰਦਾਨਾ ਜੀ ਦੇ ਨਰਾਦਰੀ ਹੋਈ ਸੁਣਦਿਆਂ ਹੀ ਸਤਿਗੁਰੂ ਜੀ ਨੇ ਰਿਸ ਉਪਜੀ ਮਨ ਮਾਹੇ ਕਨੇਰੀ। ਮਨ ਵਿੱਚ ਬੜੀ ਮਹਾਰਾਜ ਜੀ ਦੇ ਨਾਰਾਜ਼ੀ ਹੋਈ ਹੈ ਜੋ ਸੰਤਾਂ ਦੀ ਅਵਗਿਆ ਕੀਤੀ ਹੈ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਇਹ ਜੇ ਸੰਤ ਦੁਖੀ ਹੈ ਤੇ ਪਰਮੇਸ਼ਰ ਦੁਖੀ ਹੋ ਜਾਂਦਾ ਹੈ, ਜੇ ਸੰਤ ਸਾਧ ਸੁਖੀ ਹੈ ਤੇ ਪਰਮਾਤਮਾ ਸੁਖੀ ਹੋ ਜਾਂਦਾ ਹੈ। ਉਹ ਇਹ ਸੰਤਾਂ ਦੀ ਨਰਾਦਰੀ ਨਹੀਂ ਚੱਲਦਾ। ਤਾਂ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬਚਨ ਕਰਦੇ ਹੈ, ਸੰਤ ਕਾ ਲੀਆ ਧਰਤ ਵਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ। ਜਿਹੜਾ ਸੰਤ ਦਾ ਫਟਕਾਰਿਆ ਹੋਇਆ ਮਹਾਰਾਜ ਕਹਿੰਦੇ ਉਹਨੂੰ ਧਰਤੀ 'ਤੇ ਪਟਕਾ ਕੇ ਮਾਰਾਂਗੇ। ਇਸੇ ਤਰ੍ਹਾਂ ਜਿਹੜਾ ਕੋਈ ਸੰਤਾਂ ਦੀ ਨਿੰਦਿਆ ਕਰਦਾ ਹੈ, ਪੂਰਨ ਸੰਤਾਂ ਦੀ ਸਿਮਰਨ ਭਗਤੀ ਵਾਲਿਆਂ ਦੀ, ਤੇ ਗੁਰੂ ਮਹਾਰਾਜ ਕਹਿੰਦੇ ਆਕਾਸ਼ 'ਤੇ ਟਾਰੋ। ਪਹਿਲਾਂ ਨੂੰ ਫੜ ਕੇ ਖੜਾਂਗੇ ਤਾਂ ਆਕਾਸ਼ ਵਿੱਚ,
ਫਿਰ ਉੱਤੋਂ ਹੀ ਠਾਂ ਨੂੰ ਸੁੱਟਾਂਗੇ, ਜਿਹਦੇ ਕਰਕੇ ਉਹਦਾ ਨਾਮ ਨਿਸ਼ਾਨ ਹੀ ਨਾ ਰਹਿ ਜਾਏ। ਐਵੇਂ ਸੰਤ ਕੋ ਰਾਖੇ ਆਪਣੇ ਜੀ ਨਾਲ, ਪਰਮਾਤਮਾ ਸੰਤਾਂ ਨੂੰ ਆਪਣੇ ਜੀ ਨਾਲ ਰੱਖਦਾ। ਸੰਤ ਰਾਮ ਹੈ ਇੱਕੋ, ਇੱਕ ਸੰਤ ਦੇ ਪਰਮਾਤਮਾ ਇੱਕ ਹੀ ਹੁੰਦਾ। ਇਵੇਂ ਸਾਧ ਸੰਗਤ ਜੀ, ਸੰਤਾਂ ਦੀ ਨਰਾਦਰੀ ਜਦੋਂ ਹੋਈ ਹੈ, ਇਹ ਮਹਾਰਾਜ ਜੀ ਨੇ ਸੁਣਿਆ ਬੜੀ ਨਾਰਾਜ਼ੀ ਕੀਤੀ ਹੈ। ਤਿਹ ਸ਼ਨ ਲਾਲ ਸਰਮੁਖ ਬੈਸਾ। ਉਸ ਸਮੇਂ ਭਾਈ ਲਾਲੋ ਜੀ ਸਤਿਗੁਰ ਜੀ ਦੇ ਸਾਹਮਣੇ ਸਨਮੁਖ ਹੀ ਬੈਠਾ ਹੋਇਆ ਸੀ। ਤਿਹ ਸੋ ਕਹਿਓ ਸ਼ਬਦ ਮੁਖ ਐਸਾ। ਤੇ ਉਸ ਨਾਲ ਮਹਾਰਾਜ ਨੇ ਮੁਖੋਂ ਐਸਾ ਸ਼ਬਦ ਕਹਿਆ, ਜਿਹ ਤੇ ਦੁਸ਼ਟ ਪਠਾਨ ਕੁਚਾਲੇ। ਜਿਸ ਸ਼ਬਦ ਦੇ ਰਾਹੀਂ ਜਿਹੜੇ ਦੁਸ਼ਟ ਪਠਾਨ ਹੈ, ਖੋਟੀ ਚਾਲ ਵਾਲੇ ਹੈ, ਖੋਟੀਆਂ ਚਾਲਾਂ ਚੱਲਦੇ ਆ, ਖੋਟੀ ਰੀਤੀ ਵਾਲੇ ਜਿਹੜੇ ਹੋਏ ਪਏ ਆ, ਮਰਾ ਪਾਏ ਕਾ ਕਸ਼ਟ ਵਿਸਾਲੇ। ਇਹ ਬਹੁਤ ਕਸ਼ਟ ਪਾ ਕੇ ਇਹ ਮਰਨਗੇ, ਐਸੇ ਮਹਾਰਾਜ ਜੀ ਨੇ ਬਚਨ ਕਹੇ ਹੈ। ਤਿਨ ਕੀ ਸਫਾ ਉਠਾਵਨ ਹੈਤੂ। ਇਹ ਪਠਾਣਾਂ ਦੀ ਜਿਹੜੀ ਹਕੂਮਤ ਹੈ ਐਮਨਾਬਾਦ ਵਿੱਚ ਲੋਧੀਆਂ ਦੀ ਅੱਤ ਚੁੱਕੀ ਹੋਈ ਹੈ, ਉਹਨਾਂ ਦੀ ਸਫਾ ਹਕੂਮਤ, ਇਹਨਾਂ ਦਾ ਰਾਜ ਭਾਗ ਉਠਾਉਣ ਵਾਸਤੇ। ਹੋਲੇ ਬਾਚ ਬੇਦੀ ਕੁਲ ਕੇਤੂ। ਬੇਦੀਆਂ ਦੀ ਕੁਲ ਦੇ ਜੋ ਧੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਗੁਰਬਾਣੀ ਦੇ ਰਾਹੀਂ ਭਵਿੱਖਤ ਵਾਕ ਹੀ ਭਵਿੱਖਤ ਬਚਨ ਬੋਲੇ ਹੈ। ਤਿਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵਾ ਖਸਮ ਕੀ ਬਾਣੀ। ਤਿਲੰਗ ਰਾਗ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਬਚਨ ਕਰ ਰਹੇ ਹੈ। ਇਹ ਸਤਿਗੁਰੂ ਜੀ ਦੇ ਭਵਿੱਖਤ ਵਾਕ ਹੈ। ਆਉਣ ਵਾਲੇ ਸਮੇਂ ਦਾ ਵੀ ਇਹਦੇ ਵਿੱਚ ਮਹਾਰਾਜ ਜੀ ਨੇ ਕਥਨ ਕੀਤਾ ਵੀ ਕਿਹੜੇ ਸਮੇਂ ਵਿੱਚ ਕੀ ਹੋਇਆ ਕਰੇਗਾ, ਅਤੇ ਉਸ ਸਮੇਂ ਜੋ ਹੋਣਾ ਸੀ ਉਹਦੇ ਬਾਰੇ ਵੀ ਮਹਾਰਾਜ ਜੀ ਨੇ ਕਥਨ ਕੀਤਾ। ਮਹਾਰਾਜ ਕਹਿੰਦੇ ਵੀ ਹੇ ਭਾਈ ਲਾਲੋ, ਐਸਾ ਨਹੀਂ ਸਮਝਣਾ ਵੀ ਅਸਾਂ ਨੇ ਸ਼ਰਾਬ ਦੇ ਰਹੇ ਹਾਂ ਜਾਂ ਗੁੱਸੇ ਵਿੱਚ ਆ ਕੇ ਬਚਨ ਕਰ ਰਹੇ ਹਾਂ। ਮਹਾਰਾਜ ਕਹਿੰਦੇ ਜੋ ਲਾਲੋ ਸ਼ਬਦ ਹੈ, ਇਹਨੂੰ ਅੱਗੇ ਅਨਵੇਂ ਕਰਕੇ ਅੱਗੇ ਲੈ ਆਉਣਾ ਹੈ। ਕਿਆ ਹਮਾਰਨ ਹੇ ਭਾਈ ਲਾਲੋ, ਜਿਹੋ ਜਿਹੀ ਮੈਨੂੰ ਕਹੀਏ ਭਾਵ ਸਾਨੂੰ ਮਾਲਕ ਕਾਲ ਪੁਰਖ ਦੀ ਹੁਕਮ ਰੂਪੀ ਬਾਣੀ ਆ ਰਹੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ। ਹੇ ਭਾਈ ਲਾਲੋ, ਜਿਸ ਤਰ੍ਹਾਂ ਦੀ ਸਾਨੂੰ ਉਸ ਪਰਮਾਤਮਾ ਦੀ ਹੁਕਮ ਰੂਪੀ ਬਾਣੀ ਆ ਰਹੀ ਹੈ। ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਭਾਈ ਲਾਲੋ, ਐਸਾ ਹੀ ਉਸ ਸੰਸਾਰ ਵਿੱਚ ਵਰਤਾਰਾ ਵਰਤਣਾ, ਉਹ ਜਿਹੇ ਗਿਆਨ ਅਸੀਂ ਤੈਨੂੰ ਜਿਹੜਾ ਨਿਰਣਾ ਕਰਕੇ ਦੱਸਦੇ ਹਾਂ। ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਭਾਈ ਲਾਲੋ, ਤੂੰ ਉਸੇ ਤਰ੍ਹਾਂ ਦਾ ਗਿਆਨ ਆਪਣੇ ਅੰਦਰ ਨਿਰਣੇ ਕਰੀ ਵੀ ਉਹੀ ਹੋਏਗਾ। ਪਾਪ ਕੀ ਜੰਝ ਲੈ ਕਾਬਲ ਹਟਾਇਆ। ਇਹ ਭਾਈ ਲਾਲੋ, ਜੋ ਹਿੰਦੁਸਤਾਨੀ ਪਠਾਣਾਂ ਦੇ ਕੀਤੇ ਪਾਪ ਹੈ, ਉਹ ਪਾਪਾਂ ਦੀ ਜੰਝ ਨੂੰ ਜਿਹੜਾ ਲੈ ਕਰਕੇ ਬਾਬਰ ਰੂਪੀ ਲਾੜਾ ਹੈ, ਅਤੇ ਉਹ ਕਾਬਲ ਤੋਂ ਚੜ੍ਹਿਆ ਆਉਂਦਾ ਹੈ। ਜੋਰੀ ਮੰਗੇ ਦਾਨ ਵੇ ਲਾਲੋ। ਚੜ੍ਹਿਆ ਆਉਂਦਾ ਹੈ ਜਾਂ ਵੀ ਚੜ੍ਹਿਆ ਆਵੇਗਾ। ਅਤੇ ਇਸੇ ਤਰ੍ਹਾਂ ਜੋਰੀ ਮੰਗੇ ਦਾਨ ਵੇ ਲਾਲੋ, ਉਹ ਜ਼ੋਰ ਦੇ ਨਾਲ ਜ਼ਬਰਦਸਤੀ ਡੰਨ ਮੰਗੇਗਾ। ਇਸੇ ਤਰ੍ਹਾਂ ਜੋਰੀ ਦਾ ਅਰਥ ਇਸਤਰੀਆਂ ਵੀ ਹੁੰਦਾ ਕਿ ਜੋ ਬਾਬਰ ਜਬਰਨ ਹੀ ਕੰਨਿਆ ਦਾਨ ਮੰਗੇਗਾ, ਭਾਵ ਜ਼ਬਰਦਸਤੀ ਇਸਤਰੀਆਂ ਨੂੰ ਖੋਹੇਗਾ। ਸ਼ਰਮ ਧਰਮ ਦੋਇ ਛਪ ਖਲੋਏ। ਕਿਉਂਕਿ ਜਿਹੜੀ ਕੋਈ ਸ਼ਰਮ ਕਰਨੀ, ਲੱਜਿਆ ਕਰਨੀ ਹੈ, ਸ਼ਰਮ ਧਰਮ ਕਾ ਡੇਰਾ ਦੂਰ, ਇਹ ਤਾਂ ਲੋਕਾਂ ਨੇ ਛੱਡ ਦਿੱਤਾ। ਇੱਥੋਂ ਦੇ ਲੋਕਾਂ ਨੇ, ਪਠਾਣਾਂ ਨੇ, ਜਿਹੜੀ ਸ਼ਰਮ ਲੱਜਿਆ ਹੈ, ਇਸੇ ਤਰ੍ਹਾਂ ਸਵੈ ਧਰਮ ਵਿੱਚ ਟਿਕੇ ਰਹਿਣਾ, ਉਹ ਤਾਂ ਦੋਵੇਂ ਲੋਕੇ ਖਲੋਤੇ ਹੋਣਗੇ ਉਸ ਵੇਲੇ। ਕੂੜ ਫਿਰੈ ਪ੍ਰਧਾਨ ਵੇ ਲਾਲੋ। ਸ਼ਰਮ ਧਰਮ ਦੋਇ ਛਪ ਖਲੋਏ। ਵੀ ਇੱਥੇ ਐਮਨਾਬਾਦ ਵਿੱਚ ਸ਼ਰਮ ਕਰਨੀ, ਧਰਮ ਵਿੱਚ ਪੱਕਿਆ ਰਹਿਣਾ ਹੈ, ਅਤੇ ਲੋਕੇ ਖਲੋਤੇ ਹੋਏ ਹੈ, ਲੋਕੀ ਗਏ ਹੈ, ਅਤੇ ਕੂੜ ਫਿਰੈ ਪ੍ਰਧਾਨ ਵੇ ਲਾਲੋ। ਹੇ ਭਾਈ ਲਾਲੋ, ਇੱਥੇ ਤੇ ਕੂੜ ਹੀ ਕੂੜ ਪ੍ਰਧਾਨ ਹੋਇਆ ਫਿਰ ਰਿਹਾ ਹੈ, ਅਤੇ ਝੂਠ ਹੀ ਝੂਠ ਸਾਰੇ ਬੋਲ ਰਹੇ ਹੈ।
ਇਸੇ ਤਰ੍ਹਾਂ ਅਰਥ ਇਸ ਤਰ੍ਹਾਂ ਕਰ ਲੈਣਾ ਵੀ ਜਦੋਂ ਬਾਬਰ ਆਏਗਾ ਸ਼ਰਮ ਧਰਮ ਜਿਹੜੀ ਸ਼ਰਮ ਕਰਨੀ ਧਰਮ ਵਿੱਚ ਪੱਕਿਆ ਰਹਿਣਾ ਉਹ ਦੋਵੇਂ ਛਪ ਕੇ ਖਲੋਤੇ ਹੋਣਗੇ ਅਤੇ ਕੂੜ ਫੇਰੇ ਪ੍ਰਧਾਨ ਵੇ ਲਾਲੋ। ਇਹ ਭਾਈ ਲਾਲੋ ਝੂਠ ਹੀ ਝੂਠ ਪ੍ਰਧਾਨ ਹੋ ਕੇ ਫੇਰੇਗਾ, ਸਭ ਕੋਈ ਝੂਠ ਹੀ ਝੂਠ ਬੋਲੇਗਾ ਇੱਥੇ ਐਮਨਾਬਾਦ। ਕਾਜੀਆ ਬਾਮਣਾ ਕੀ ਗੱਲ ਥੱਕੀ। ਇਹ ਭਾਈ ਲਾਲੋ ਜਿਹੜੇ ਮੁਸਲਮਾਨਾਂ ਦੇ ਕਾਜ਼ੀਆਂ ਅਤੇ ਹਿੰਦੂਆਂ ਹਨ ਅਤੇ ਬਾਹਮਣ ਹਨ, ਉਹਨਾਂ ਦੀ ਤੇ ਗੱਲ ਜਿਹੜੀ ਹੈ ਰਹਿ ਗਈ ਮੁੱਕ ਜਾਏਗੀ। ਅਗਦ ਪੜਾ ਸੈਤਾਨ ਵੇ ਲਾਲੋ। ਤੇ ਇਹਨਾਂ ਦੀ ਜਿਹੜੀ ਵਿਆਹ ਤੇ ਸਤਾਨਾ ਭਾਵ ਕਾਮਦੇਵ ਹੀ ਪੜੇਗਾ। ਉਹ ਕਾਮਦੇਵ ਹੀ ਜਿਹੜਾ ਅਰਥਾਤ ਇਸ ਜੰਗ ਵਿੱਚ ਕਿਸੇ ਨੇ ਕਾਜ਼ੀਆਂ ਨੂੰ ਨਹੀਂ ਕਹਿਣਾ ਕਿ ਆਓ ਜੀ ਨਿਕਾਹ ਪੜ੍ਹੋ, ਕਿਸੇ ਨੇ ਬਾਹਮਣਾਂ ਨੂੰ ਨਹੀਂ ਕਹਿਣਾ ਕਿ ਆਓ ਇੱਧਰ ਆ ਕੇ ਸਾਡਾ ਜਿਹੜੇ ਵੇਦ ਮੰਤਰ ਪੜ੍ਹੋ, ਕਿਸੇ ਨੇ ਕਿਸੇ ਨੂੰ ਨਹੀਂ ਕਹਿਣਾ। ਬਸ ਲੁੱਟ ਜ਼ਬਰਦਸਤੀ ਹੋਏਗੀ, ਜਦ ਸਤ ਕੋਈ ਨਹੀਂ ਰਹਿ ਜਾਏਗਾ, ਨਸ਼ਟ ਕੀਤਾ ਜਾਏਗਾ ਅਤੇ ਸਾਰੇ ਪੁਰਸ਼ ਜਿਹੜੇ ਆ ਕਾਮ ਦੇ ਵੱਸ ਹੋਏ ਐਵੇਂ ਆਪਣੀਆਂ ਮਨਾਹੀਆਂ ਕਰਨਗੇ। ਮੁਸਲਮਾਨੀਆ ਪੜ੍ਹ ਕਤੇਬਾ। ਤੇ ਇਹ ਭਾਈ ਲਾਲੋ ਜਿਹੜੇ ਮੁਸਲਮਾਨ ਹੈ ਮੁਸਲਮਾਨਣੀਆਂ ਜੋ ਕਿਤਾਬਾਂ ਪੜ੍ਹਦੀਆਂ ਅੰਜੀਲ ਤਰੇਤ ਜੰਬੂਰ ਕੁਰਾਨ। ਕਸ਼ਟ ਮਹਿ ਕਰਹ ਖੁਦਾਏ ਵੇ ਲਾਲੋ। ਜਦੋਂ ਇਹਨਾਂ ਦੇ ਉੱਤੇ ਕਸ਼ਟ ਪੈ ਜਾਏਗਾ ਕਿ ਬਾਬਰ ਅਤਿਆਚਾਰ ਕਰੇਗਾ, ਕਸ਼ਟ ਵਿੱਚ ਇਹ ਖੁਦਾ ਦਾ ਨਾਮ ਉਚਾਰਨ ਕਰਨਗੀਆਂ, ਬੇਨਤੀਆਂ ਕਰਨਗੀਆਂ ਕਿ ਹੇ ਖੁਦਾ ਇਹ ਕੀ ਹੋ ਰਿਹਾ ਹੈ। ਜਾਤ ਸਨਾਤੀ ਹੋਰ ਹਿਦਵਾਣੀਆ। ਇਸੇ ਤਰ੍ਹਾਂ ਇਹ ਭਾਈ ਲਾਲੋ ਜੋ ਉੱਚੀ ਜਾਤ ਵਾਲੀਆਂ ਅਤੇ ਨੀਵੀਂ ਜਾਤ ਵਾਲੀਆਂ ਅਤੇ ਹੋਰ ਜੋ ਹਿੰਦੂਆਂ ਦੀਆਂ ਘਰ ਵਾਲੀਆਂ ਹਿੰਦਵਾਣੀਆਂ ਹਨ, ਇਹ ਵੀ ਲੇਖਾ ਲਾਏ ਵੇ ਲਾਲੋ। ਇਹ ਵੀ ਜੰਗ ਦੇ ਲੇਖੇ ਵਿੱਚ ਲਾਈਆਂ ਜਾਣਗੀਆਂ। ਭਾਵ ਜੰਗ ਵਿੱਚ ਸਾਰੀਆਂ ਦੀ ਬੇਪਤੀ ਹੋਵੇਗੀ। ਕੋਈ ਉੱਚੀ ਜਾਤ ਵਾਲੀ ਨਹੀਂ ਬਖਸ਼ੀ ਜਾਏਗੀ, ਨੀਵੀਂ ਜਾਤ ਵਾਲੀ ਨਹੀਂ ਬਖਸ਼ੀ ਜਾਏਗੀ। ਇਹ ਨਹੀਂ ਵੀ ਹਿੰਦਵਾਣੀਆਂ ਹਿੰਦੂਆਂ ਦੀਆਂ ਘਰ ਵਾਲੀਆਂ ਸਭ ਦੀ ਬੇਪਤੀ ਹੋਏਗੀ। ਖੂਨ ਕੇ ਸੋਹਲੇ ਗਾਵੀਐ ਨਾਨਕ। ਐਵੇਂ ਸਤਿਗੁਰੂ ਮਹਾਰਾਜ ਕਹਿੰਦੇ ਵੀ ਖੂਨ ਦੇ ਸੋਹਲੇ ਗਾਏ ਜਾਣਗੇ। ਭਾਵ ਮਾਰ ਲਓ ਫੜ ਲਓ ਇਹੀ ਹੋਏਗੀ, ਇਹੀ ਗੀਤ ਗਾਏ ਜਾਣਗੇ। ਰਾਤ ਕਾ ਕੰਗੂ ਪਾਏ ਵੇ ਲਾਲੋ। ਕੰਗੂ ਕਿੱਥੇ ਲਿਖਿਆ? ਰਾਤ ਕਾ ਕੰਗੂ ਪਾਏ ਵੇ ਲਾਲੋ। ਤੇ ਜਿਹੜਾ ਜਿਵੇਂ ਕੇਸਰ ਪਾ ਛਿੜਕਿਆ ਜਾਂਦਾ ਹੈ, ਰਤ ਕਾ ਕੰਗੂ ਪਾਏ ਵੇ ਲਾਲੋ। ਇਹ ਭਾਈ ਲਾਲੋ ਖੂਨ ਦਾ ਹੀ ਜਿਹੜਾ ਕੇਸਰ ਛਿੜਕਿਆ ਜਾਏਗਾ, ਇੱਥੇ ਖੂਨ ਹੀ ਖੂਨ ਹੋਏਗਾ। ਚੌਪਈ ਇਸ ਕੋ ਕਰਹਾਂ ਅਰਥ ਬਖਾਨਾ। ਇਵੇਂ ਮਹਾਰਾਜ ਕਹਿੰਦੇ ਆ ਸੰਤੋ, ਅਸੀਂ ਇਸ ਸ਼ਬਦ ਦਾ ਅਰਥ ਵੀ ਵਿਖਿਆਨ ਕਰਕੇ ਕਹਿੰਦੇ ਆ, ਜਾਂ ਵੀ ਕਵੀ ਜੀ ਕਹਿੰਦੇ ਇਸ ਦਾ ਅਰਥ ਮੈਂ ਕਥਨ ਕਰਕੇ ਕਹਿੰਦਾ ਹਾਂ। ਸੁਣੀਏ ਸਰੋਤਾ ਦੇ ਕਰ ਕਾਨ। ਭਾਈ ਸਾਹਿਬ ਜੀ ਕਹਿ ਰਹੇ ਇਸ ਦਾ ਅਰਥ ਸ਼ਬਦ ਦਾ ਮੈਂ ਕਰਕੇ ਕਹਿੰਦਾ ਹਾਂ। ਹੇ ਸਰੋਤਾ ਜਨੋ, ਕਥਾ ਸੁਣਨ ਵਾਲਿਓ ਸਰੋਤਿਓ, ਕੰਨ ਦੇ ਕੇ ਧਿਆਨ ਨਾਲ ਸੁਣੋ। ਲਾਲੋ ਸੋ ਗੁਰ ਗਿਰਾ ਅਲਾਏ। ਭਾਈ ਲਾਲੋ ਨਾਲ ਮਹਾਰਾਜ ਨੇ ਬਚਨ ਕਿਹਾ, ਐਸੇ ਨਹ ਮਨ ਮਹਿ ਤੂੰ ਲਿਆਏ। ਮਹਾਰਾਜ ਕਹਿੰਦੇ ਹੈ ਭਾਈ ਲਾਲੋ ਇਹ ਸਾਡੇ ਬਚਨ ਸੁਣ ਕੇ ਤੂੰ ਐਸੀ ਨਾ ਗੱਲ ਮਨ ਵਿੱਚ ਲਿਆ। ਸਰਾਪ ਦੇਤ ਰੋਸ ਮਨ ਕੀਨਾ। ਕਿ ਮਹਾਰਾਜ ਜੀ ਨੇ ਮਨ 'ਚ ਨਾਰਾਜ਼ੀ ਕੀਤੀ ਹੈ ਤੇ ਸ਼ਰਾਪ ਦੇ ਦਿੱਤਾ ਇੱਥੋਂ ਦੇ ਲੋਕਾਂ ਨੂੰ। ਸਾਹਿਬ ਕੀ ਆਏ ਸਹੀ ਚੀਨਾ। ਇਹ ਜੋ ਅਸੀਂ ਕਹਿ ਰਹੇ ਹਾਂ ਨਾ, ਇਹ ਤੇ ਉਸ ਪਰਮੇਸ਼ਰ ਖੁਦਾ ਦੀ ਆਗਿਆ ਤੂੰ ਜਾਣ ਲੈ। ਜਿਉ ਵਾਹਿਗੁਰੂ ਕਰਤਰ ਜਾਈ। ਜਿਵੇਂ ਵਾਹਿਗੁਰੂ ਖੁਦਾ ਪਰਮਾਤਮਾ ਸਾਨੂੰ ਆਗਿਆ ਕਰਦਾ ਹੈ, ਤੈਸੇ ਹੀ ਮੈਂ ਕਹਿਤ ਬਣਾਈ। ਉਸੇ ਤਰ੍ਹਾਂ ਹੀ ਭਾਈ ਲਾਲੋ ਅਸੀਂ ਤੈਨੂੰ ਬਣਾ ਸਵਾਰ ਕੇ ਕਹਿੰਦੇ ਹਾਂ। ਜੈਸੀ ਮੈਂ ਆਵੇ ਖਸਮ ਕੀ
ਬਾਣੀ। ਲੋਕਨ ਇਹਾ ਪਾਪ ਜੋ ਕੀਨੰ। ਇੱਥੇ ਜੋ ਪਠਾਨ ਐਮਣਾਬਾਦ ਦੇ ਇੱਥੋਂ ਦੇ ਲੋਕਾਂ ਨੇ ਜੋ ਪਾਪ ਕੀਤੇ ਐ, ਸੋ ਕਾਬਲ ਮਹਿ ਤਨ ਧਰ ਲੀਨੰ। ਉਹ ਪਾਪਾਂ ਨੇ ਕਾਬਲ ਦੇ ਵਿੱਚ ਬਾਬਰ ਦਾ ਸਰੀਰ ਧਾਰ ਲਿਆ ਹੈ। ਅਗ ਕੋ ਫਲ ਦੁਖ ਦੇਹ ਕਨੇਰਾ। ਕਿਉਂਕਿ ਜਿਹੜਾ ਪਾਪਾਂ ਦਾ ਫਲ ਹੈ ਬੜਾ ਭਾਰੀ ਦੁੱਖ ਦਿੰਦਾ ਹੈ। ਇਹ ਭਾਈ ਲਾਲੋ, ਇਹ ਪਾਪਾਂ ਦਾ ਜਿਹੜਾ ਫਲ ਹੈ ਨਾ ਪਠਾਣਾਂ ਦੇ, ਜੇ ਉਹਨਾਂ ਪਾਪ ਕੀਤੇ ਉਹਨਾਂ ਦਾ ਇਹਨੂੰ ਬਹੁਤ ਦੁੱਖ ਦੇਗਾ ਇਹ ਪਾਪਾਂ ਦਾ ਫਲ। ਬਿਨ ਦੀਨੇ ਨਹ ਹੋਏ ਨਬੇਰਾ। ਪਾਪ ਬਿਨਾ ਫਲ ਦਿੱਤੇ ਤੋਂ ਬਿਨਾ ਇਹਨਾਂ ਪਠਾਣਾਂ ਨੂੰ ਨਿਬੇੜਾ ਨਹੀਂ ਹੋਏਗਾ, ਖਾਤਮਾ ਨਹੀਂ ਹੋਏਗਾ। ਉਹ ਪਾਪਾਂ ਦੇ ਫਲ ਦਾ ਜਿਹੜਾ ਦੁੱਖ ਇਹਨਾਂ ਨੂੰ ਜ਼ਰੂਰ ਮਿਲੇਗਾ, ਕੋਈ ਨਿਬੇੜਾ ਨਹੀਂ ਹੋਏਗਾ। ਦੋਹਰਾ ਮੁਗਲ ਰੂਪ ਧਰ ਆਵਈ। ਜਿਹੜੇ ਮੁਗਲ ਰੂਪ ਧਾਰ ਆਵਈ, ਜਿਹੜੇ ਪਾਪ ਇਹਨਾਂ ਕੀਤੇ ਉਹੀਓ ਪਾਪ ਹੀ ਮੁਗਲਾਂ ਦਾ ਰੂਪ ਧਾਰ ਕੇ ਇੱਥੇ ਆਉਣਗੇ ਕਾਬਲ ਤੋਂ। ਮੰਗਹਿ ਬਲ ਸੋ ਦਾਨ। ਬਲ ਨਾਲ ਉਹ ਦਾਨ ਮੰਗਣਗੇ, ਜੋਰੋ ਜੋਰੀ ਦਾਨ ਮੰਗਣਗੇ। ਇਸਤਰੀਆਂ ਇਹਨਾਂ ਦੀਆਂ ਭਾਵ ਧੱਕੇ ਜੋਰੀਆਂ ਕਰਨਗੇ, ਧਿੰਗੋ ਜੋਰੀ ਕਰਨਗੇ, ਜ਼ੋਰ ਨਾਲ ਦਾਨ ਮੰਗਣਗੇ, ਇਸਤਰੀਆਂ ਖੋ ਕੇ ਲੈ ਜਾਣਗੇ। ਸ਼ਰਮ ਧਰਮ ਕਲ ਕਾਲ ਮਹਿ। ਕਿਉਂਕਿ ਕਲਯੁਗ ਦੇ ਸਮੇਂ ਵਿੱਚ ਜਿਹੜੀ ਕੋਈ ਸ਼ਰਮ ਕਰਨੀ, ਲੱਜਿਆ ਕਰਨੀ ਹੈ, ਤੇ ਜਿਹੜਾ ਕੋਈ ਸਵੈ ਧਰਮ ਵਿੱਚ ਰਹਿਣਾ ਹੈ, ਭਾਈ ਸਰਬ ਕੀ ਹਾਨ। ਉਹ ਤੇ ਸਾਰਿਆਂ ਦਾ ਨਾਸ ਹੀ ਹੋ ਗਿਆ। ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਾ ਭਰਪੂਰ। ਉਹ ਤੇ ਉਹ ਹਾਲਤ ਹੋਈ ਪਈ ਹੈ, ਜਦੋਂ ਬਾਬਰ ਆਏਗਾ ਤੇ ਉਦੋਂ ਵੀ ਸ਼ਰਮ ਧਰਮ ਕੋਈ ਰਹਿ ਨਹੀਂ ਜਾਏਗੀ, ਸਾਰੇ ਇਹ ਜੀ ਨਾਸ ਹੋ ਜਾਏਗਾ ਸ਼ਰਮ ਧਰਮ। ਚੌਪਈ ਮੰਤਰੀ ਫਿਰ ਹੈ ਕੂਰ ਅਬ ਹੋਈ। ਹੁਣ ਜਿਹੜਾ ਰਾਜੇ ਦੇ ਮੰਤਰੀ ਵਜ਼ੀਰ ਹੈ ਤੇ ਝੂਠ ਹੀ ਗੱਪਾਂ ਹੀ ਮਾਰਦੇ ਫਿਰਦੇ ਐ। ਬਨ ਕਾਜ਼ੀ ਦਿਜ ਬਰ ਹੈ ਜੋਈ। ਫਿਰ ਜਿਹੜੇ ਕਾਜ਼ੀ ਹੈ ਤੇ ਬ੍ਰਾਹਮਣ ਹੈ ਜੋ, ਤਿਨ ਕੋ ਕਹਿਓ ਨਾ ਮਾਨੈ ਕੋਈ। ਇਹਨਾਂ ਦਾ ਕਹਿਆ ਹੋਇਆ ਕੋਈ ਨਹੀਂ ਮੰਨੇਗਾ। ਭਾਵ ਕਿ ਕਾਜ਼ੀ ਨੂੰ ਨਹੀਂ ਕੋਈ ਕਹੇਗਾ ਵੀ ਤੂੰ ਜਿਹੜਾ ਸਾਡੀ ਸ਼ਾਦੀ ਕਰਨੀ ਨਿਕਾਹ ਪੜ੍ਹ, ਬ੍ਰਾਹਮਣ ਨੂੰ ਨਹੀਂ ਕਹੇਗਾ ਵੇਦ ਮੰਤਰ ਪੜ੍ਹ। ਇਹਨਾਂ ਦਾ ਕਹਿਆ ਹੋਇਆ ਕੋਈ ਨਹੀਂ ਮੰਨੇਗਾ। ਕਰਹ ਨਿਕਾਹ ਸਤਾਨੀ ਸੋਈ। ਬਸ ਜੋ ਸ਼ੈਤਾਨ ਹੈ ਨਾ ਕਾਮਦੇਵ, ਉਹੀ ਉਹ ਨਿਕਾਹ ਕਰੇਗਾ। ਕਾਮ ਕਰਕੇ ਆਪੇ ਉਹ ਧੱਕੇ ਜੋਰੀਆਂ ਕਰਨਗੇ, ਧਿੰਗੋ ਜੋਰੀ ਕਰਨਗੇ, ਮੱਲੋ ਮੱਲੀ ਆਪੇ ਹੀ ਸ਼ਾਦੀਆਂ ਕਰ ਲੈਣਗੇ, ਲੈ ਜਾਣਗੇ ਫੜ ਕੇ। ਅੰਗਨਾ ਸੁੰਦਰ ਦੇਖ ਲੁਭਾਈ। ਆ ਸੋਹਣੀਆਂ ਇਸਤਰੀਆਂ ਨੂੰ ਦੇਖ ਕੇ ਲੁਭਾਇਮਾਨ ਹੋ ਜਾਣਗੇ। ਬਾਲ ਸੋ ਭੋਗ ਲਹਿ ਮੰਗਾਈ। ਉਹ ਮੁਗਲ ਆਪਣੇ ਜ਼ੋਰ ਨਾਲ ਮੰਗਾ ਲੈਣਗੇ ਆਪਣੇ ਪਾਸ, ਤੇ ਇਹਨਾਂ ਨਾਲ ਸੰਬੰਧ ਕਰਨਗੇ ਧੱਕੇ ਨਾਲ। ਪੜੇ ਕਤੇਬਾ ਮੁਸਲਮਾਨੀ। ਫਿਰ ਜਿਹੜੀਆਂ ਮੁਸਲਮਾਨਣੀਆਂ ਕਿਤਾਬਾਂ ਪੜ੍ਹਦੀਆਂ ਹੈ, ਕਹਾ ਖੁਦਾਏ ਸਰਬ ਮਹਿ ਜਾਨੀ। ਤੇ ਸਾਰੇ ਕਹਿੰਦੇ ਆ ਵੀ ਖੁਦਾ ਸਾਰਿਆਂ ਵਿੱਚ ਹੀ ਜਾਣਿਆ ਜਾਂਦਾ ਹੈ, ਕਹੀ ਜਾਂਦੀਆਂ ਪਰ ਮੰਨਦੀਆਂ ਨਹੀਂ ਹਨ। ਜੋ ਦੇਤ ਗਰੀਬਨ ਕੋ ਦੁਖ ਭਾਰੀ। ਇਹਨਾਂ ਦੇ ਘਰ ਵਾਲੇ ਵੀ ਤੇ ਆਪ ਵੀ ਗਰੀਬਾਂ ਨੂੰ ਬੜੇ ਭਾਰੀ ਦੁੱਖ ਦਿੰਦੀਆਂ ਹੈ। ਜੋ ਇਹ ਕੋ ਫਲ ਹੋਏ ਕਸ਼ਟ ਅਪਾਰੀ। ਉਹਨਾਂ ਪਾਪਾਂ ਦੇ ਫਲ ਦਾ, ਇਹਨਾਂ ਨੂੰ ਫਲ ਦਾ ਕਸ਼ਟ ਬੜਾ ਬੇਅੰਤੀ ਹੋਏਗਾ। ਜਬ ਹੈ ਮਾਰ ਪਰ ਹੈ ਤਿਨ ਤਾਈ। ਜਦੋਂ ਇਹਨਾਂ ਨੂੰ ਬਾਬਰ ਵੱਲੋਂ ਮਾਰ ਪਏਗੀ ਇਹ ਐਮਣਾਬਾਦ ਦੇ ਲੋਕਾਂ ਦੇ ਤਾਈ। ਹੇ ਖੁਦਾਏ ਕਿਆ ਕਰ ਹੈ ਅਲਾਈ। ਇਹ ਫਿਰ ਇਸਤਰੀਆਂ ਉੱਚੀ ਉੱਚੀ ਚੀਕ ਜਹਾੜਾ ਪਾ ਕੇ ਰੋਣਗੀਆਂ ਤੇ ਕਹਿਣਗੀਆਂ, ਹੇ ਖੁਦਾ ਕੀ ਤੂੰ ਕਰ ਰਿਹਾ ਹੈ, ਕੀ ਲੋੜਾ ਵੱਜ ਗਿਆ ਹੈ। ਦੋਹਰਾ ਨੀਚ ਜਾਤ ਪੁਨ ਹਿੰਦਣੀ। ਫਿਰ ਵੀ ਜਿਹੜੇ ਇਹ ਸੰਤੋ, ਜਿਹੜੇ ਨੀਚ ਜਾਤੀ ਦੀਆਂ ਇਸਤਰੀਆਂ, ਉੱਚੀ ਜਾਤੀ ਦੀਆਂ ਫਿਰ
ਹਿੰਦੂਆਂ ਦੀ ਘਰ ਵਾਲੀਆਂ ਹਿੰਦਵਾਣੀਆਂ ਹਨ ਜੋ ਗਹ ਮੰਗਵਾ ਬਹ ਸੋਏ। ਉਹ ਮੁਗਲ ਬਦਮਾਸ਼ੀਆਂ ਕਰਨਗੇ, ਪਕੜ ਪਕੜ ਕੇ ਮੰਗਵਾ ਲੈਣਗੇ ਪਾਸ ਹੀ। ਗਾਏ ਖੂਨ ਕੇ ਸੋਹਲੇ। ਹਰ ਪਾਸੇ ਐਮਨਾਬਾਦ ਵਿੱਚ ਖੂਨ ਦੇ ਸੋਇਲੇ ਗਾਏ ਜਾਣਗੇ। ਮਾਰ ਲਓ ਖਤਮ ਕਰ ਦਿਓ ਪਠਾਣਾਂ ਨੂੰ, ਇਹੀ ਰੌਲਾ ਪਏਗਾ। ਰਾਤ ਕਾ ਕੰਗੂ ਹੋਏ। ਹੁਣ ਤੇ ਕੇਸਰ ਛਿੜਕੇ ਜਾਂਦੇ, ਫਿਰ ਖੂਨ ਦਾ ਹੀ ਕੇਸਰ ਛਿੜਕਿਆ ਜਾਏਗਾ। ਹਰ ਪਾਸੇ ਖੂਨ ਹੀ ਖੂਨ ਕੇਸਰ ਰੂਪ ਹੋ ਕੇ ਵਰਤੇਗਾ। ਚੌਪਈ ਲਾਲ ਬੈਠ ਹਟ ਅਗਾਰੀ। ਉਸ ਵੇਲੇ ਭਾਈ ਲਾਲੋ ਸਤਿਗੁਰੂ ਜੀ ਦੇ ਅੱਗੇ ਹੀ ਬੈਠਾ ਹੋਇਆ ਸੀ। ਸੁਨ ਭੋਜਨ ਹਿਤ ਗਿਰਾ ਉਚਾਰੀ। ਗੁਰੂ ਸਾਹਿਬ ਜੀ ਤੋਂ ਸੁਣ ਕਰਕੇ ਐਸੇ ਬਚਨ ਤੇ ਪੁੱਛਣ ਵਾਸਤੇ ਫਿਰ ਬਚਨ ਆਪ ਵੀ ਕਿਹਾ। ਮੁਗਲੇ ਆਵਹਿ ਕਰਹਿ ਲੜਾਈ। ਮਹਾਰਾਜੇ ਜਿਹੜੇ ਮੁਗਲਾਂ ਦੀ ਤੁਸੀਂ ਗੱਲ ਕਰਦੇ, ਭਾਵ ਬਾਬਰ ਹੋਣਾ ਦੀ ਵੀ ਆਉਣਗੇ ਤੇ ਲੜਾਈ ਕਰਨਗੇ। ਜਾਂ ਕੀ ਬਿਰਥਾ ਕਹੋ ਜਗਰਾਈ। ਤੇ ਸਤਿਗੁਰੂ ਜੀ ਇਹਨਾਂ ਐਮਨਾਬਾਦ ਦੇ ਪਠਾਣਾ ਲੋਕਾਂ ਦੀ ਜਿਹੜੀ ਬਿਰਥਾ ਪੀੜਾ ਹਾਲਤ ਹੈ ਉਹ ਆਪ ਜੀ ਦੱਸੋ। ਹੈ ਸੰਸਾਰ ਦੇ ਰਾਜਾ ਰੂਪ ਗੁਰੂ ਨਾਨਕ ਸਾਹਿਬ। ਕਬ ਲੋ ਰਾਜ ਕਰਾਂ ਜਗ ਮਾਹੀ। ਮਹਾਰਾਜ ਜਿਨ੍ਹਾਂ ਪਠਾਣਾ ਦੀ ਤੁਸੀਂ ਗੱਲ ਕਰਦੇ, ਕਦੋਂ ਤੱਕ ਉਹ ਰਾਜ ਕਰਨਗੇ ਸੰਸਾਰ ਵਿੱਚ। ਪੁਨ ਧਰਨੀ ਤੇ ਸੋ ਕਬ ਜਾਹੀ। ਫਿਰ ਉਹ ਇਸ ਧਰਤੀ ਤੋਂ ਕਦੋਂ ਜਾਣਗੇ ਰਾਜ ਭਾਗ ਛੱਡ ਕੇ, ਭਾਵ ਕਦੋਂ ਉਹਨਾਂ ਦਾ ਰਾਜ ਭਾਗ ਨਸ਼ਟ ਹੋਇਆ ਕਰੇਗਾ। ਖਾਨ ਮਹਾਮਦ ਅੰਦਰ ਹਾਵਹਿ। ਅੱਜ ਜਿਹੜੇ ਐਮਨਾਬਾਦ ਦੇ ਖਾਨ ਪਠਾਨ ਹੈ, ਬੜੇ ਮੱਛਰੇ ਵੇਰੇ ਹੋਏ, ਬਹੁਤ ਹੰਕਾਰ ਵਿੱਚ ਹੀ ਅੰਦੇ ਰਹਿੰਦੇ ਐ। ਕਰੀ ਅਵਗਿਆ ਤਸਫਲ ਪਾਵ। ਕਰੀ ਅਵਗਿਆ ਤਸ ਫਲ ਪਾਵਹਿ। ਜੋ ਇਹਨਾਂ ਨੇ ਭਾਈ ਮਰਦਾਨੇ ਨੂੰ ਧੱਕਾ ਮਾਰ ਕੇ ਸੱਟ ਲਾਈ ਹੈ, ਅਵਗਿਆ ਕੀਤੀ ਹੈ। ਮਹਾਰਾਜ ਚਲੋ ਨਹੀਂ ਦੇਣਾ ਸੀ ਤੇ ਕੋਈ ਗੱਲ ਨਹੀਂ, ਧੱਕਾ ਕਾਹਨੂੰ ਮਾਰਨਾ ਸੀ, ਕਾਹਨੂੰ ਸੱਟ ਲਾਉਣੀ ਸੀ। ਇਹ ਜਿਹੜੀ ਅਵਗਿਆ ਕੀਤੀ ਹੈ, ਅਸੀਂ ਅਵਗਿਆ ਦਾ ਫਲ ਇਹ ਜ਼ਰੂਰ ਪਾਉਣਗੇ ਐਮਨਾਬਾਦ ਦੇ ਪਠਾਨ। ਦੋਹਰਾ ਲਾਲੋ ਤੇ ਸੁਨ ਸ਼੍ਰਵਣ ਮਹਾ। ਭਾਈ ਲਾਲੋ ਤੋਂ ਸੁਣ ਕੇ ਸਤਿਗੁਰੂ ਜੀ ਆਪਣੇ ਸਰਵਣਾਂ ਵਿੱਚ ਪੁਨ ਭਾਖੇ ਬਚ ਕਰੂਰ। ਫਿਰ ਬੜੇ ਸਖਤ ਬਚਨ ਮਹਾਰਾਜ ਜੀ ਨੇ ਕਹੇ ਐ। ਕਹਤਿਓ ਜਿਨ ਕੇ ਖਾਨ ਕੀ। ਜਿਨ੍ਹਾਂ ਬਚਨਾਂ ਨੂੰ ਕਹਿੰਦੇ ਹੀ ਇਹਨਾਂ ਪਠਾਣਾ ਖਾਨਾਂ ਦੀ ਦਈ ਸਫਾ ਕਰ ਦੂਰ। ਜਿਹੜੀ ਸਫਾ ਹਕੂਮਤ ਹੈ ਇਹਨਾਂ ਦੀ ਉਹ ਦੂਰ ਕਰ ਦਿੱਤੀ ਹੈ। ਇਹਨਾਂ ਦੀ ਸਫਾ ਦੇ ਜਿਹੜੇ ਹੈ ਵਿਛਾਈਆਂ ਚੁੱਕ ਦਿੱਤੀਆਂ, ਰਾਜ ਭਾਗ ਚੁੱਕ ਦਿੱਤਾ ਜਿਨ੍ਹਾਂ ਬਚਨਾਂ ਨਾਲ। ਸ੍ਰੀ ਮੁਖ ਵਾਕ ਸਾਹਿਬ ਕੇ ਗੁਣ ਨਾਨਕ ਗਾਵਾ। ਮਹਾਰਾਜ ਕਹਿੰਦੇ ਆ, ਹੇ ਭਾਈ ਲਾਲੋ, ਜੋ ਸਾਹਿਬ ਹੈ ਨਾ ਮਾਲਕ ਪਰਮੇਸ਼ਰ, ਅਸੀਂ ਤੇ ਉਹਦੇ ਦੈਵੀ ਗੁਣ ਗਾਉਂਦੇ ਹਾਂ। ਮਾਸਪੁਰੀ ਵਿੱਚ ਆਖ ਮਸੋਲਾ। ਜੋ ਮਾਸ ਦੀ ਪੂਰੀ ਦੇਹੀ ਵਿੱਚ ਸਥਿਤ ਹੈ, ਅਸਾਂ ਨੇ ਤੇ ਇਹ ਮਸਲਾ ਆਖਿਆ ਕਿ ਇਹ ਸੈਦਪੁਰੀ, ਕਿਉਂਕਿ ਇਹਦਾ ਨਾਮ ਪਹਿਲਾਂ ਸੈਦਪੁਰੀ ਵੀ ਸੀ, ਤੇ ਐਮਨਾਬਾਦ ਕੁਝ ਸਮੇਂ ਨੂੰ ਮਾਸ ਦੀ ਪੁਰੀ ਬਣ ਜਾਏਗੀ। ਅਰਥਾਤ ਥੋੜ੍ਹੇ ਚਿਰ ਨੂੰ ਹੀ ਇਸ ਪੁਰੀ ਵਿੱਚ ਮਾਸ ਹੀ ਮਾਸ ਨਜ਼ਰ ਆਵੇਗਾ। ਮਾਸ ਹੀ ਮਾਸ ਹੋਵੇਗਾ, ਲੁੱਥੜ ਪੁੱਥੜ ਹੋ ਜਾਏਗਾ, ਲਾਸ਼ਾਂ ਦੇ ਢੇਰ ਲੱਗ ਜਾਣਗੇ, ਹਰ ਪਾਸੇ ਮਾਸ ਹੀ ਮਾਸ ਹੋਏਗਾ। ਸਾਹਿਬ ਕੇ ਗੁਣ ਗਾਵੈ ਸਾਹਿਬ ਕੇ ਗੁਣ ਨਾਨਕ ਗਾਵੈ, ਮਾਸਪੁਰੀ ਵਿੱਚ ਆਖ ਮਸੋਲਾ। ਮਹਾਰਾਜ ਕਹਿੰਦੇ ਅਸੀਂ ਸਾਹਿਬ ਪਰਮੇਸ਼ਰ ਦੇ ਗੁਣ ਆਖਦੇ ਗਾਉਂਦੇ ਹਾਂ, ਅਤੇ ਪੂਰੀ ਮਾਸਪੁਰੀ ਜਿਹੜੀ ਮਾਸ ਦੀ ਪੂਰੀ ਇਹ ਦੇਹ ਹੈ, ਇਹਦੇ ਵਿੱਚ ਅਸਾਂ ਇਹ ਬਚਨ ਆਖਿਆ ਹੈ ਵੀ ਇਹ ਜਿਹੜੀ ਐਮਨਾਬਾਦ ਪੁਰੀ ਹੈ ਇਹ ਮਾਸ ਦੀ ਪੁਰੀ ਹੋ ਜਾਏਗੀ, ਜਿਹਨੂੰ ਸੈਦਪੁਰੀ ਕਹਿੰਦੇ ਆ ਨਾ ਅਤੇ ਐਮਨਾਬਾਦ ਕਹਿੰਦੇ ਆ। ਇੱਥੇ ਮਾਸ ਦੀ ਪੁਰੀ ਬਣ ਜਾਏਗੀ, ਲਾਸ਼ਾਂ ਦੇ ਢੇਰ ਲੱਗ ਜਾਣਗੇ, ਸਭ ਮਾਰੇ ਜਾਣਗੇ, ਮਾਸ ਹੀ ਮਾਸ ਹੋ ਜਾਏਗਾ ਡਿੱਗਿਆ ਪਿਆ। ਜਿਨ ਉਪਾਈ ਰੰਗ ਰਵਾਈ। ਭਾਵ ਕਿ ਮਹਾਰਾਜ ਕਹਿੰਦੇ ਹੈ ਵੀ ਜਿਨ
ਉਪਾਈ ਰੰਗ ਗਵਾਈ। ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ ਤੇ ਉਸ ਮਾਲਕ ਨੇ ਰੰਗਾਂ ਰੰਗਾਂ ਵਿੱਚ ਰਚਾਈ ਹੋਈ ਹੈ ਜਾਂ ਵੀ ਆਨੰਦਾਂ ਵਿੱਚ ਲਾਈ ਹੋਈ ਹੈ, ਫਿਰ ਆਪ ਹੀ ਪਰਮਾਤਮਾ ਬੈਠਾ ਵੇਖ ਵਖ ਅਕੇਲਾ। ਫਿਰ ਆਪ ਹੀ ਪਰਮਾਤਮਾ ਵੱਖ ਅਸੰਗ ਹੋ ਕੇ ਆਪਣੀ ਰਚਨਾ ਨੂੰ ਇਕੱਲਾ ਹੋ ਕੇ ਬੈਠਾ ਦੇਖ ਰਿਹਾ ਹੈ। ਜਿਨ ਉਪਾਈ ਗਿਰਾ ਰੰਗ ਗਵਾਈ। ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਰੰਗਾਂ ਰੰਗਾਂ ਦੀ, ਤੇ ਆਪ ਹੀ ਰੰਗਾਂ ਰੰਗਾਂ ਦੀ ਰਚਾਈ ਹੋਈ ਹੈ। ਬੈਠਾ ਵੇਖੈ ਵੱਖ ਅਕੇਲਾ। ਉਹ ਪਰਮਾਤਮਾ ਵੱਖਰਾ ਬੈਠ ਕੇ ਅਸੰਗ ਹੋ ਕੇ ਇਕੱਲਾ ਹੀ ਬੈਠਾ ਦੇਖ ਰਿਹਾ ਸਭ ਨੂੰ। ਸੱਚਾ ਸੋ ਸਾਹਿਬ ਸੱਚ ਤਪਾਵਸ। ਉਹ ਪਰਮਾਤਮਾ ਸੱਚਾ ਹੈ, ਤਿੰਨਾਂ ਸਮਿਆਂ ਵਿੱਚ ਰਹਿਣ ਵਾਲਾ। ਸੱਚਾ ਸੋ ਸਾਹਿਬ, ਉਹ ਮਾਲਕ ਸੱਚਾ ਹੈ ਤੇ ਸੱਚ ਤਪਾਵਸ। ਉਹਦਾ ਇਨਸਾਫ ਵੀ ਸੱਚਾ ਹੈ, ਉਹਦਾ ਨਿਆਂ ਵੀ ਸੱਚਾ ਹੈ। ਉਹ ਇਹ ਨਹੀਂ ਹੈ ਕਿ ਜਿਵੇਂ ਕਿਸੇ ਕੋਲ ਵੱਡੀ ਲੈ ਕੇ ਤੇ ਉਹਦੇ ਵੱਲ ਦੀ ਗੱਲ ਕਰ ਦੇਗਾ। ਜਿਵੇਂ ਵਕੀਲ ਲੋਕ ਥਾਣਿਆਂ 'ਚ ਪੁਲਿਸ ਜਿਹੜੀ ਹੈ ਉਹ ਪੈਸੇ ਲੈ ਕੇ ਤੇ ਨਿਆਂ ਦੂਜੇ ਦਾ ਕਰਦੀ ਜਿਹਦੇ ਕੋਲ ਪੈਸੇ ਜ਼ਿਆਦਾ ਲਏ ਹੁੰਦੇ ਹੈ। ਪਰ ਇਹ ਉਹਦੇ ਝੂਠੇ ਲੋਕ ਹੈ। ਇਹ ਪਰਮੇਸ਼ਰ ਹੈ ਨਾ ਜੋ ਸੱਚਾ ਸੋ ਸਾਹਿਬ, ਉਹ ਮਾਲਕ ਸੱਚਾ ਹੈ, ਸੱਚ ਤਪਾਵਸ। ਉਹਦਾ ਨਿਆਂ ਇਨਸਾਫ ਵੀ ਸੱਚਾ ਹੈ। ਸੱਚੜਾ ਨਿਆਂ ਕਰੇ ਗੋ ਮਸੋਲਾ। ਇਸ ਕਰਕੇ ਉਹ ਪਰਮਾਤਮਾ ਬੜਾ ਬੇਅੰਤ ਹੈ ਭਾਈ ਲਾਲੋ। ਸੱਚੜਾ ਹੀ ਨਿਆਂ ਇਨਸਾਫ ਕਰੇ ਗੋ ਮਸੋਲਾ। ਸੱਚਾ ਹੀ ਨਿਆਂ ਕਰੇਗਾ। ਮਸੋਲਾ ਅਸੀਂ ਇਹ ਬਚਨ ਆਖ ਰਹੇ ਹਾਂ, ਇਹ ਕਰੇ ਗੋ ਮਸੋਲਾ ਹੀ ਬਚਨ ਆਖ ਰਹੇ ਹਾਂ ਵੀ ਉਹ ਸੱਚਾ ਹੀ ਨਿਆਂ ਕਰੇਗਾ। ਇਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਐਮਨਾਬਾਦ ਦੇ ਪਠਾਣਾਂ ਨੂੰ। ਕਾਇਆ ਕੱਪੜ ਟੁਕ ਟੁਕ ਹੋਸੀ। ਜਿਹੜੀ ਕਾਇਆ ਸਰੀਰ ਹੈ, ਸਰੀਰ ਰੂਪੀ ਕੱਪੜਾ ਹੈ, ਇਹਨਾਂ ਦਾ ਟੁਕੜੇ ਟੁਕੜੇ ਹੋ ਜਾਏਗਾ, ਟੋਟੇ ਟੋਟੇ ਹੋ ਜਾਣਗੇ ਇਹਨਾਂ ਦੇ ਸਰੀਰ ਰੂਪੀ ਕੱਪੜੇ। ਹਿੰਦੁਸਤਾਨ ਸੰਭਾਲ ਸੀ ਬੋਲਾ। ਤੇ ਫਿਰ ਸਾਡੇ ਜਿਹੜੇ ਬਚਨਾਂ ਨੂੰ ਬੋਲਾ, ਸਾਡੇ ਬਚਨਾਂ ਨੂੰ ਹਿੰਦੁਸਤਾਨ ਦੇ ਲੋਕ ਸੰਭਾਲਣਗੇ। ਉਹ ਜਦੋਂ ਐਮਨਾਬਾਦ ਵਿੱਚ ਐਸੀ ਹਾਲਤ ਹੋ ਜਾਏਗੀ, ਇਹਨਾਂ ਦੇ ਟੁਕੜੇ ਟੁਕੜੇ ਹੋ ਜਾਣਗੇ ਤੇ ਹਿੰਦੁਸਤਾਨੀ ਲੋਕ ਸਾਡੇ ਬਚਨਾਂ ਨੂੰ ਸੰਭਾਲਣਗੇ। ਕਹਿਣਗੇ ਇਹ ਗੱਲ ਕਿ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਬਚਨ ਕਿਹਾ ਸੀ ਵੀ ਇਹਨਾਂ ਲੋਕਾਂ ਦੇ ਟੋਟੇ ਟੋਟੇ ਹੋਣੇ ਸਰੀਰ ਦੇ ਮਿਟ ਜਾਣਗੇ, ਇਹ ਲੁੱਥੜ ਪੁੱਥੜ ਹੋ ਜਾਣਗੇ, ਕੁੱਖ ਨਹੀਂ ਰਹੇਗਾ, ਮਾਸ ਦੀ ਪੂਰੀ ਹੋ ਜਾਏਗੀ ਐਮਨਾਬਾਦ। ਇਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਸਾਡੇ ਬਚਨਾਂ ਨੂੰ ਫਿਰ ਹਿੰਦੁਸਤਾਨੀ ਲੋਕ ਸੰਭਾਲਣਗੇ। ਆਵਨ 78 ਜਾਨ 97। ਮਹਾਰਾਜ ਕਹਿੰਦੇ ਹੈ ਵੀ ਆਵਨ 78 ਹੈ। ਭਾਈ ਲਾਲੋ ਜੀ ਨੇ ਕਿਹਾ ਮਹਾਰਾਜ ਜੋ ਸਵਾਲ ਤੇ ਕੀਤਾ ਵੀ ਕਦੋਂ ਮਹਾਰਾਜ ਆਉਣਗੇ ਮੁਗਲ ਤੇ ਲੜਾਈ ਕਰਨਗੇ ਤੇ ਆਉਣਗੇ, ਫਿਰ ਇਹਨਾਂ ਦਾ ਕਿੰਨੇ ਸਮੇਂ ਤੱਕ ਰਾਜ ਰਹੇਗਾ, ਭਾਵ ਕਦੋਂ ਰਾਜ ਕਰਕੇ ਤੋਂ ਬਾਅਦ ਵਿੱਚ ਰਾਜ ਭਾਗ ਨਸ਼ਟ ਕਰਕੇ ਚਲੇ ਜਾਣਗੇ। ਉਹ ਗੱਲ ਦਾ ਸਤਿਗੁਰੂ ਜੀ ਇੱਥੇ ਜਿਹੜਾ ਭਵਿੱਖਤ ਵਚਨਾਂ ਰਾਹੀਂ ਖੁਲਾਸਾ ਕਰ ਰਹੇ ਹੈ ਵੀ ਭਾਈ ਲਾਲੋ ਆਵਣ 78 ਹੈ। 78 1578 ਬਿਕਰਮੀ ਸੰਮਤ ਵਿੱਚ ਆਉਣਗੇ ਮੁਗਲ, ਜਾਨ 97 ਤੇ 1597 ਬਿਕਰਮੀ ਸੰਮਤ ਵਿੱਚ ਚਲੇ ਜਾਣਗੇ। ਹੋਰ ਵੀ ਉਠ ਸੀ ਮਰਦ ਕਾ ਚੇਲਾ। ਤੇ ਹੋਰ ਵੀ ਉੱਠੇਗਾ, ਹੋਰ ਵੀ ਉੱਠ ਸੀ, ਫਿਰ ਹੋਰ ਵੀ ਉੱਠੇਗਾ ਮਰਦ ਕਾ ਚੇਲਾ। ਮਰਦ ਕੌਣ? ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ। ਇਹ ਮੁਗਲ ਆਉਣਗੇ 1578 'ਚ ਆਉਣਗੇ ਬਿਕਰਮੀ ਸੰਮਤ 'ਚ, 1597 ਚਲੇ ਜਾਣਗੇ। ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਆਪਣੇ ਆਉਣ ਵਾਲੇ ਸਰੂਪ ਦਾ ਕਥਨ ਕੀਤਾ ਵੀ ਹੋਰ ਵੀ ਉੱਠੇਗਾ ਮਰਦ। ਉਹ ਕਿਹੜਾ ਮਰਦ? ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦਾ ਚੇਲਾ ਭਾਵ ਪੁੱਤਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਠਣਗੇ। ਇਸੇ ਤਰ੍ਹਾਂ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਇਸ਼ਾਰਾ ਵੀ ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਮਰਦ ਉੱਠੇਗਾ ਹੋਰ, ਵੈ ਪ੍ਰਗਟਿਓ
मर्द अगमड़ा वरियाम अकेला, वाह वाह गोबिंद सिंह आपे गुर चेला। भी गुरु गोबिंद सिंह महाराज मर्द रूप हो के उठणगे तो उन्हों का चेला खालसा, चेला पुत्र खालसा पैदा होएगा, खालसा फिर उठेगा, वो इन्हों का नाश करेगा। गुरु तेग बहादुर महाराज जी मरतू उठे तो जिन्हों ने सतगुरु जी ने कालियां मिर्चां तिन्हां दे राही प्रमाण दे के रंगजेब जी को कहता सी मैं एक करना चाहुंदा हुकूमत, भाव मुसलमान ही इकल्ले रहणगे। महाराज कहते खुदा नूं पाया तो होर हो जाणगे, तूं एक कहना हो सकता दोवां तो भी तीन होणगे। ये कहता मैं किवें मन्ना। फिर 5 मण मिर्चां जिहड़ियां साध संगत जी इन्हां नूं चंगी तरह बनवाया सी, जो पीसियां 3 पूरियां दे पूरियां रहीआं सन। वो 3 मिर्चां दिखा के कहा भी रंगजेब तूं कहना भी मैं एक कर देना, लै 3 हो जाणगे, भाव खालसा पंथ पैदा होएगा तीसरा। तो उदों महाराज जी ने मर्द होर भी उठ सी, मर्द भाव गुरु तेग बहादुर महाराज जी उठे तो आने वाले समय का भी चेला दस दिता, चेले बारे भी खालसा पंथ पैदा होएगा। तो गुरु साहब जी के फिर पुत्र गुरु गोबिंद सिंह महाराज जी होए तो उन्हों का चेला अगले पासे खालसा पंथ होया। खालसे पंथ ने फिर भाई बघेल सिंह होना ने दिल्ली कई बार जित्ती फतेह की है। वो तो यही कहते सन जे जी दिल्ली भी जे जी बिल्ली मारी हो जी दिल्ली मारी। तो इवें वो कला वरती सी। आवन 78 जान 97 फिर ਇਹਦਾ साध संगत जी होर भी राज सी महाराज जी का। इत्थे बिक्रमी संवत नहीं गुरु साहब जी ने कहा, क्योंकि महाराज जी दे ये बचन कहण दा राज ये सी भी जदों बिक्रमी संमत 78 ते 97 ਵਿੱਚ आएगी तो कोई ना कोई भाणा जरूर वरत्या करेगा, तो भी कोई ना कोई तो अदला बदली जरूर होया करेगी। तो वो फिर अदला बदली हुंदी आ रही है जदों दे महाराज ने बचन कीते हैं। इस दे संबंध विच जदों ये प्रसंग आउंदा है, संत गुरबचन सिंह जी खालसा महापुरख वो जदों विद्यार्थियों को कथा सुनाया करते सी तो उन्होंने सारे विद्यार्थियों को लिखती रूप में नोट करवाया से प्रसंग का कि सारे लिख लो। तो सारे विद्यार्थियों ने वो पत्रियां के लिखती रूप में लिखा होया सी। संत बाबा मोहन सिंह जी भिंडरां वाले जो अज मौजूदा मुखी भिंडरां कला नानकसर के नेड़े रह रहे हैं, तो उन्होंने महापुरुषों ने भी पत्रे ते लिखा सी। तो कहते भी महापुरख दसिया करते सन भी जो महाराज ने बचन कहे आवन 78 जान 97 ये भविखत वाक सारे समय के कहे हुए हैं। वो विद्यार्थी तां लिखवाया सी भी तां जो विद्यार्थी जो यदी शब्द की कथा करन जां इतिहास विच जां गुरबाणी विच जदों आउंदा है तलंग राग भी शब्द कथा करन तो इस दे संबंध विच संगतां नूं जानकारी देण, तां जो संगतां नूं पता लगे गुरु जी के बचनां दा भविखत वाकां दा। वो महाराज महापुरख कथा सुनाया करते सी ते इवें आउंदी भी कथा कि महाराज जी जो बचन कहे भी आवन 78 जान 97 भी भाई लालो 1597 1578 बिक्रमी संमत विच मुगल बाबर होनी आउणगे ते 97 च ये जाणगे। फिर वही बचन पूरे होए सन। 1578 बिक्रमी संमत विच बाबर काबल तो चढ़ाई करके जितदा इत्थे आ गया एमनाबाद। जिन्ने लोधी पठान सन सारे मार दिते, उजाड़ा इत्थे कर दिता, इन्हां दी इस्त्रियां आदि खोह लईआं, बहुत इत्थे खून ही खून विछा कर दिता सी। पठाणां नूं मार के इन्हां नूं कढ दिता ते वो बचन सच होया आवन 78 भी 1578 च बाबर आया, इन्हें सारे खत्म कर दिते। फिर दिल्ली के तख्त ते बैठ गया ते जान 97 वो फिर उदों अदला बदली हुई जदों बाबर दा पुत्र हमायूं बैठा सी गद्दी दे उपर
ਤੇ ਜੋ ਸ਼ੇਰ ਸ਼ਾਹ ਸੂਰੀ ਸੀ ਪਠਾਨ, ਉਹਨੇ ਆ ਕੇ ਕਨੌਜ ਦੀ ਜੰਗ ਵਿੱਚ ਆ ਕੇ ਤੇ ਜੰਗ ਸ਼ੁਰੂ ਕਰ ਦਿੱਤੀ ਤੇ ਇਹਨੂੰ ਹਰਾ ਦਿੱਤਾ ਹਮਾਯੂ ਨੂੰ, ਬਾਬਰ ਦੇ ਪੁੱਤਰ ਨੂੰ 97 'ਚ 1597 ਬਿਕਰਮੀ ਸੰਮਤ। ਇਹਨੂੰ ਜੰਗ ਜਿੱਤ ਕੇ ਫਿਰ ਇਹਨੂੰ ਕੱਢ ਦਿੱਤਾ। ਇਹ ਫਿਰ ਨਿਹੱਥਾ ਹੋ ਕੇ ਦੁਖੀ ਹੋਇਆ, ਆਪਣੇ ਮੰਤਰੀਆਂ ਨੂੰ ਕਹਿਣ ਲੱਗਾ ਵੀ ਤੁਸੀਂ ਮੈਨੂੰ ਦੱਸੋ ਵੀ ਮੈਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਉਹਨਾਂ ਨੇ ਸਾਡੇ ਵੱਡੇ ਵਡੇਰਿਆਂ ਭਾਵ ਮੇਰੇ ਪਿਤਾ ਬਾਬਰ ਜੀ ਉਹਨਾਂ ਨੂੰ ਕਿਹਾ ਸੀ ਵੀ ਤੁਹਾਡਾ ਜਿਹੜਾ ਰਾਜ ਭਾਗ ਹੈ ਪੁਸ਼ਤਦਾਰ ਪੁਸ਼ਤ ਰਹੇਗਾ, ਤੇ ਆਹ ਕੀ ਭਾਣਾ ਵਰਤ ਗਿਆ, ਮੇਰਾ ਤੇ ਰਾਜ ਭਾਗ ਚਲਿਆ ਗਿਆ। ਇਹ ਕੋਈ ਜਾਣਾ ਉਹਨਾਂ ਗੁਰੂ ਨਾਨਕ ਸਾਹਿਬ ਜੀ ਕੋ ਜਾ ਕੇ ਪੁੱਛੋ ਕਿਛੋਂ ਦੱਸੋ ਉਹਨਾਂ ਨੂੰ। ਉਹ ਫਿਰ ਮੰਤਰੀ ਵਜ਼ੀਰ ਕਹਿਣ ਲੱਗੇ ਵੀ ਹਮਾਯੂ ਬਾਦਸ਼ਾਹ ਇਸ ਵਕਤ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਪਰ ਉਹਨਾਂ ਦੇ ਦੂਸਰੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਿਰਾਜਮਾਨ ਬੈਠੇ ਹੋਏ ਹੈ ਤਖਤਾਂ ਪਰ, ਤੂੰ ਉਹਨਾਂ ਨਾਲ ਜਾ ਕੇ ਮਿਲ ਜੁਲ, ਉਹਨਾਂ ਨਾਲ ਗੱਲ ਕਰ। ਇਹ ਫਿਰ ਹਾਰ ਹੰਬ ਕੇ ਸ਼ੇਰ ਸ਼ਾਹ ਸੂਰੀ ਤੋਂ ਤੀਜੇ ਤਖਤ 'ਤੇ ਬੈਠ ਗਏ ਤੇ ਹਮਾਯੂ ਇੱਥੇ ਆ ਗਿਆ ਖਡੂਰ ਸਾਹਿਬ। ਉਸ ਸਮੇਂ ਗੁਰੂ ਮਹਾਰਾਜ ਬੱਚਿਆਂ ਨਾਲ ਬਾਲ ਲੀਲਾ ਕਰ ਰਹੇ ਸਨ ਤੇ ਗੁਰਮੁਖੀ ਦੇ ਅੱਖਰ ਪੜ੍ਹਾ ਰਹੇ ਸੀ। ਇਹ ਆ ਕੇ ਖੜਾ ਹੋ ਗਿਆ ਤੇ ਗੁਰੂ ਮਹਾਰਾਜ ਜੀ ਦੇ ਵੱਲ ਤੱਕਿਆ ਹੀ ਨਹੀਂ। ਤੇ ਇਹਨੂੰ ਬੜਾ ਗੁੱਸਾ ਆਇਆ ਵੀ ਵੇਖੋ, ਇੱਕ ਤਾਂ ਮੈਂ ਸਮੇਂ ਦਾ ਬਾਦਸ਼ਾਹ ਸੀ, ਇਹ ਹੁਣ ਹਾਰ ਹੰਬ ਕੇ ਇਹਨਾਂ ਕੋਲ ਆਇਆ ਤੇ ਇਹਨਾਂ ਮੇਰੇ ਵੱਲ ਵੇਖਿਆ ਹੀ ਨਹੀਂ ਹੈ। ਮੇਰਾ ਤੇ ਜੀ ਕਰਦਾ ਵੀ ਆ ਜਿਹੜੀ ਤਲਵਾਰ ਪਾਈ ਹੋਈ ਤੇ ਇਹਨਾਂ ਦੇ ਸੀਸ 'ਤੇ ਮਾਰ ਕੇ ਧੜ ਤੋਂ ਲੱਗ ਇਹਨਾਂ ਦਾ ਸੀਸ ਕਰ ਦਿਆਂ, ਇਹਨਾਂ ਨੂੰ ਪਤਾ ਲੱਗੇ ਵੀ ਬਾਦਸ਼ਾਹ ਲੋਕਾਂ ਦਾ ਅਨਾਦਰ ਕਿਵੇਂ ਕਰੀਦਾ ਹੈ। ਮੈਨੂੰ ਜਾਣਿਆ ਹੀ ਨਹੀਂ ਵੀ ਮੈਂ ਆ ਕੇ ਖੜਾ ਹੋਇਆ, ਕਿਵੇਂ ਬੱਚਿਆਂ ਵਿੱਚ ਰਚੇ ਮਿਚੇ ਹੈ। ਗੁਰੂ ਸਾਹਿਬ ਅੰਤਰਜਾਮੀ ਸਨ। ਇਹਨੇ ਮੁੱਠੇ ਕਿਰਪਾਨ ਦੇ ਮੁੱਠੇ 'ਤੇ ਹੱਥ ਰੱਖਿਆ ਸੀ, ਇਵੇਂ ਸੋਚਾਂ ਵਿਚਾਰਾਂ ਕਰਦਾ ਸੀ ਮਾੜੀਆਂ। ਮਹਾਰਾਜ ਜੀ ਨੇ ਕਿਹਾ ਵੀ ਮਹਾਰਾਜ ਕਹਿੰਦੇ ਹਮਾਯੂ ਜਿੱਥੇ ਤਲਵਾਰ ਚਲਾਉਣੀ ਸੀ ਉੱਥੇ ਤੇਰੇ ਕੋਲ ਚੱਲਦੀ ਨਹੀਂ ਹੈ, ਤੇ ਇੱਧਰ ਜਿਹੜੇ ਸੰਤ ਸਾਧ ਰੱਬ ਦੇ ਫਕੀਰ ਉਹਨਾਂ ਉੱਪਰ ਤਲਵਾਰਾਂ ਚਲਾਉਣ ਫਿਰਦਾ, ਉਹਨਾਂ 'ਤੇ ਤੂੰ ਤਲਵਾਰਾਂ ਕੱਢਦਾ ਫਿਰਦਾ। ਉੱਥੇ ਤੇ ਚਲਾਈ ਨਾ ਗਈ ਜਿੱਥੋਂ ਹਾਰ ਕੇ ਆਇਆ। ਤੇ ਉਸ ਵੇਲੇ ਬੜਾ ਸ਼ਰਮਿੰਦਾ ਹੋਇਆ, ਇਹਦਾ ਹੱਥ ਤਲਵਾਰ ਦੇ ਮੁੱਠੇ ਨਾਲ ਹੀ ਜੁੜ ਗਿਆ। ਫਿਰ ਬੜੀਆਂ ਬੇਨਤੀਆਂ ਕਰੇ, ਫਿਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਇਹਦਾ ਹੱਥ ਮੁੱਠੇ ਤੋਂ ਲੱਥਾ ਤੇ ਚਰਨੀ ਪੈ ਗਿਆ। ਕਹਿਣ ਲੱਗਾ ਮਹਾਰਾਜ ਮੇਰੇ ਕੋਲ ਗਲਤੀ ਹੋ ਗਈ ਹੈ, ਆਪ ਕਿਰਪਾ ਕਰੋ ਮੈਨੂੰ ਦੱਸੋ। ਇਸ ਤਰ੍ਹਾਂ ਆਪ ਜੀ ਦੇ ਬਚਨ ਸਨ ਗੁਰੂ ਨਾਨਕ ਸਾਹਿਬ ਜੀ ਦੇ ਵੀ ਸਾਡਾ ਰਾਜ ਭਾਗ ਪੁਸ਼ਤ ਦਰ ਪੁਸ਼ਤ ਰਹੇਗਾ, ਤੇ ਇਹ ਕੀ ਭਾਣਾ ਵਰਤ ਗਿਆ ਮਹਾਰਾਜ, ਮੈਂ ਤੇ ਹਾਰ ਗਿਆ ਹਾਂ। ਪਠਾਨ ਬੈਠ ਗਏ ਤਖਤ 'ਤੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਸਾਡੇ ਵੱਡਿਆਂ ਦਾ ਜੋ ਬਚਨ ਸੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਜਿੰਨਾ ਚਿਰ ਨੀਤ ਚੰਗੀ ਰਹੇਗੀ ਤੇ ਉਹਨਾਂ ਚਿਰ ਤਖਤ ਰਹੇਗਾ, ਤੇ ਤੂੰ ਤੇ ਹੁਣ ਬਦਫੈਲੀਆਂ ਕਰਨ ਲੱਗ ਪਿਆ, ਸ਼ਰਾਬਾਂ ਕਬਾਬਾਂ ਪੀਣਾ ਡੱਫਦਾ ਹੈ, ਤੇ ਰਾਜ ਭਾਗ ਫਿਰ ਕਿਵੇਂ ਰਹਿਣਾ ਹੈ। ਤੇ ਫਿਰ ਸਾਧਾ ਸੰਤਾਂ ਦੇ ਤੂੰ ਤਲਵਾਰਾਂ ਚੁੱਕਦਾ ਹੈ ਵੀ ਮੈਂ ਧੜ ਤੋਂ ਲੱਗ ਸੀਸ ਕਰ ਦਿਆਂ, ਰਾਜ ਭਾਗ ਤੇਰਾ ਕਾਹਦਾ ਰਹਿਣਾ ਹੈ। ਕਹਿਣ ਲੱਗਾ ਮਹਾਰਾਜ ਗਲਤੀ ਹੋ ਗਈ, ਹੁਣ ਮੈਨੂੰ ਕੋਈ ਹੱਲ ਦੱਸੋ, ਮੈਂ ਕਿਵੇਂ ਤਖਤ 'ਤੇ ਬੈਠਾਂ। ਮਹਾਰਾਜ ਕਹਿਣ ਲੱਗੇ ਵੀ ਜੇ ਤੇ ਤੂੰ ਗਲਤੀ ਨਾ ਕਰਦਾ, ਤਲਵਾਰ ਦੇ ਮੁੱਠੇ 'ਤੇ ਹੱਥ ਨਾ ਰੱਖਦਾ, ਦਿੱਲੀ ਦਾ ਤਖਤ ਤੈਨੂੰ ਅਸੀਂ ਅੱਜ ਹੀ ਦੇ ਦੇਣਾ ਸੀ ਹੁਣੇ। ਹੁਣ ਤੂੰ ਇਹ ਗਲਤੀ ਕੀਤੀ ਹੈ, ਵਿਦੇਸ਼ਾਂ ਨੂੰ ਚਲਿਆ ਜਾ, ਕੁਝ ਸਮੇਂ ਬਾਅਦ ਥੋੜ੍ਹਾ ਰੁਕ ਕੇ ਤੇ ਥੋੜ੍ਹੀ ਫੌਜ ਲੈ ਕੇ ਦਿੱਲੀ ਦੇ ਤਖਤ 'ਤੇ ਚੜ੍ਹਾਈ ਕਰਦੇ, ਤੂੰ ਜਿੱਤ ਜਾਏਗਾ। ਫਿਰ ਐਵੇਂ ਮੱਥਾ ਟੇਕ ਕੇ ਚਲਾ ਗਿਆ ਸੀ, ਉਹੀ ਬਚਨਾਂ ਨੂੰ ਮੰਨ ਕੇ ਕੁਝ ਸਮੇਂ ਬਾਅਦ ਆਪਣੀ ਥੋੜ੍ਹੀ ਫੌਜ ਲਿਆ ਕੇ ਦਿੱਲੀ 'ਤੇ ਚੜ੍ਹਾਈ ਕਰ ਦਿੱਤੀ, ਤੇ ਸ਼ੇਰ ਸ਼ਾਹ ਜਿਹੜਾ ਸੂਰੀ ਹੈ ਉਹਨੂੰ ਇਹਨੇ ਹਰਾ ਦਿੱਤਾ। ਫਿਰ ਉਹਨੂੰ ਹਰਾ ਕੇ ਆਪ ਤਖਤ 'ਤੇ ਬੈਠਾ ਸੀ ਹਮਾਯੂ, ਤੇ ਮਹਾਰਾਜ ਜਿਹੜੇ ਬਚਨ ਵੀ ਜਾਣ 97 ਤੇ ਸ਼ੇਰ ਸ਼ਾਹ ਸੂਰੀ ਦਾ ਰਾਜ ਭਾਗ ਜਿਹੜਾ ਚਲਿਆ ਗਿਆ ਸੀ, ਇਵੇਂ ਉਹ ਬਚਨ ਪੂਰੇ ਹੋਏ। ਇਸੇ ਤਰ੍ਹਾਂ ਹੀ ਆਵਨ 78 ਹੈ ਵੀ 1678 ਦੇ ਵਿੱਚ ਬਿਕਰਮੀ ਦੇ ਜਿਹੜਾ ਮੁਗਲਸ ਖਾਂ ਸੀ
ਸ਼ਾਹਜਹਾਂ ਦੇ ਕਹਿਣੇ ਕਰਕੇ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਜੰਗ ਕਰਨ ਵਾਸਤੇ ਇੱਥੇ ਲੋਹਗੜ੍ਹ ਦੇ ਆਇਆ। ਲੋਹਗੜ੍ਹ ਕਿਲ੍ਹਾ ਜਿਹੜਾ 7000 ਫੌਜ ਲੈ ਕੇ ਆਇਆ ਅਤੇ ਮਹਾਰਾਜ ਜੀ ਨੇ 7000 ਦੇ ਸਮੇਤ ਮੁਗਲ ਸਿੱਖਾਂ ਨੂੰ ਚੰਗਾ ਹੀ ਚਾਟਾ ਛਕਾਇਆ ਸੀ। ਹਰਾ ਕੇ ਕਿੱਥੋਂ ਕੱਢਿਆ ਇਹਨਾਂ ਨੂੰ, ਬਹੁਤ ਇਹਨਾਂ ਦੇ ਮੁਗਲ ਮਾਰੇ ਵੀ। ਅਤੇ ਆਵਨ 78 ਉਹ ਬਚਨ ਸੱਤ ਹੋਇਆ ਵੀ 1678 ਵਿੱਚ ਮੁਗਲ ਸਿੱਖਾਂ ਹੋਣੀ 7000 ਫੌਜ ਲੈ ਕੇ ਅਤੇ ਚੜ੍ਹਾਈ ਕੀਤੀ ਲੋਹਗੜ੍ਹ ਦੇ ਕਿਲ੍ਹੇ 'ਤੇ। 6ਵੇਂ ਪਾਤਸ਼ਾਹ ਜੀ ਨਾਲ ਜੰਗ ਕੀਤੀ ਅਤੇ ਹਾਰ ਕੇ ਗਏ। ਫਿਰ ਜਾਣ 97 ਅਤੇ ਇਹ ਫਿਰ ਮੁਗਲ 1 ਲੱਖ ਫੌਜ ਲੈ ਕੇ ਜੋ ਕਾਲੇ ਖਾਂ ਪਿਸ਼ੌਰ ਦਾ ਸੀ ਇੱਥੇ ਕਰਤਾਰਪੁਰ ਜੰਗ ਕਰਨ ਵਾਸਤੇ ਆਇਆ 1 ਲੱਖ ਫੌਜ ਲੈ ਕੇ। ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੰਗ ਵਿੱਚ ਗਏ ਸਨ ਅਤੇ ਤਲਵਾਰ ਚਲਾਈ ਸੀ। ਤੇਗ ਦੀ ਬਹਾਦਰੀ ਕੀਤੀ ਮਹਾਰਾਜ ਨੇ ਉੱਥੇ ਜੰਗ ਵਿੱਚ। ਭਾਈ ਬਿਧੀ ਚੰਦ ਆਦਿਕ ਸਾਰੇ ਸਨ ਅਤੇ ਗੁਰੂ ਸਾਹਿਬ ਜੀ ਨੇ 1 ਲੱਖ ਫੌਜ ਨੂੰ ਚੰਗਾ ਹੀ ਉੱਥੇ ਇਹਨਾਂ ਦਾ ਨਾਸ ਕੀਤਾ, ਮੁਗਲਾਂ ਨੂੰ ਕੱਢਿਆ, ਮਾਰਿਆ, ਕਰਤਾਰਪੁਰ ਵੀ ਹਰਾਇਆ। ਅਤੇ ਜਾਣ 97 ਇਵੇਂ 1697 ਬਿਕਰਮੀ ਸੰਮਤ ਵਿੱਚ ਮੁਗਲ ਜਿਹੜੇ ਮਾਰ ਖਾ ਕੇ ਚਲੇ ਗਏ ਸਨ। ਉਹ ਵੀ ਮਹਾਰਾਜ ਦੇ ਬਚਨ ਫਿਰ ਪ੍ਰਤੱਖ ਵਰਤੇ। ਫਿਰ ਆਵਨ 78 ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ 1778 ਬਿਕਰਮੀ ਸੰਮਤ ਵਿੱਚ ਆਏ ਅਤੇ ਉਹਨਾਂ ਨੇ ਵੀ ਫਿਰ ਉਹਨਾਂ ਸਮਿਆਂ ਵਿੱਚ ਸਾਰੇ ਥਾਂ ਮੁਗਲ ਜਿਹੜੇ ਮਾਰ ਕੇ ਕੱਢੇ ਸਨ। ਸਭ ਪਾਸੇ ਖਾਲਸੇ ਦਾ ਝੰਡਾ ਲਹਿਰਾ ਦਿੱਤਾ ਸੀ। ਕੋਈ ਨਹੀਂ ਛੱਡਿਆ ਇਲਾਕਾ, ਇੱਧਰ ਕੋਈ ਛੱਡਿਆ ਨਹੀਂ। ਪਿਸ਼ੌਰ, ਪਾਕਿਸਤਾਨ ਆਦਿ ਗੱਲ, ਕਾਬਲ ਤੱਕ ਮੱਲਾਂ ਮਾਰੀਆਂ ਸਨ। ਇਹ ਵੀ ਬਚਨ ਸੱਤ ਹੋਏ। ਫਿਰ ਜਾਣ 97 ਜਦੋਂ 97 ਇਹ ਸਮਾਂ ਆਇਆ 1797 ਦਾ ਅਤੇ ਉਦੋਂ ਫਿਰ ਮਿਸਲਾਂ ਬਣ ਗਈਆਂ, 12 ਮਿਸਲਾਂ ਬਣ ਗਈਆਂ ਅਤੇ ਉਦੋਂ ਵੀ ਇਹ ਮੁਗਲ ਜਿਹੜੇ ਚੰਗੇ ਕੱਢੇ ਸਨ। ਜਾਣ 97 ਤੋਂ ਇਹ ਕਲਾ ਵਰਤੀ ਮਹਾਰਾਜ ਦੀ। ਇਸੇ ਤਰ੍ਹਾਂ ਆਵਨ 78 1678 ਬਿਕਰਮੀ ਸੰਮਤ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੰਗਾ ਯੁੱਧ ਕਰਕੇ ਰਾਜ ਭਾਗ ਕਾਇਮ ਕਰ ਲਿਆ। ਅਤੇ ਜਾਣ 97 1897 ਦੇ ਨੇੜੇ ਤੇੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਜਿਹੜਾ ਚਲਾ ਗਿਆ ਸੀ। ਇਹ ਵੀ ਮਹਾਰਾਜ ਦੇ ਬਚਨ ਪੂਰੇ ਹੋਏ, ਅਦਲਾ ਬਦਲੀ ਹੁੰਦੀ ਆਈ ਗਈ ਅਤੇ ਉਹ ਵਰਤਦੇ ਨੇ। ਫਿਰ 1900 ਦੇ ਨੇੜੇ ਲਾਗੇ ਚਾਗੇ ਜੋ ਜਰਮਨੀ ਦੀ ਤੀਸਰੀ ਜੰਗ ਹੋਈ ਅਤੇ ਉਹ ਅੰਗਰੇਜ਼ ਆਏ ਸਨ, ਉਹ ਵੀ ਇੱਥੋਂ ਗਏ। ਅਤੇ ਆਵਨ 78 ਜਾਣ 97 ਹੁਣ ਸਾਧ ਸੰਗਤ ਜੀ ਆ ਗਈ ਹੈ 2020 ਅਤੇ ਬਿਕਰਮੀ ਸੰਮਤ ਜਿਹੜੀ ਹੈ 2077-78 ਹੋ ਗਈ ਹੁਣ। ਅਤੇ ਹੁਣ ਵੀ ਭਾਣਾ ਵੇਖੋ ਵਰਤੀ ਗਿਆ ਹੈ ਵੀ ਕਰੋਨਾ ਵਾਇਰਸ ਆ ਗਿਆ ਹੈ ਅਤੇ ਸਭ ਨੂੰ ਭਾਜੜ ਪਈ ਹੋਈ ਹੈ। ਇਹ 78 ਦੇ ਸਮੇਂ ਵਿੱਚ ਜਿਹੜੀ ਬਿਕਰਮੀ ਸੰਮਤਾਂ ਵਰਤੀ ਦਾ ਉਹਨਾਂ ਨੂੰ ਕੀ ਕੁਝ ਹੋ ਰਿਹਾ, ਕਿੰਨੇ ਮਹੀਨੇ ਹੋ ਗਏ ਆ, ਕੀ ਬਖੇੜਾ ਪਿਆ ਹੋਇਆ ਹੈ। ਅਤੇ ਜਾਣ 97 ਜਦੋਂ 2097 ਸੰਮਤ ਆਉਣੀ ਹੈ ਉਦੋਂ ਫਿਰ ਕੋਈ ਨਾ ਕੋਈ ਭਾਣਾ ਵਰਤ ਜਾਣਾ। ਇਹ ਮਹਾਰਾਜ ਨੇ ਬਚਨ ਕਹੇ ਤਾਂ ਇਹਦੇ ਗੁਰੂ ਸਾਹਿਬ ਜੀ ਨੇ ਬਿਕਰਮੀ ਸੰਮਤ ਨਹੀਂ ਕਹੀ, ਭਾਵ ਨਾਮ ਨਹੀਂ ਲਿਆ, ਸਿੱਧੇ 78 ਅਤੇ 97 ਇਹ ਸਮੇਂ ਨੂੰ ਨਿਸ਼ਚਿਤ ਕੀਤਾ ਵੀ ਇਹਦੇ ਵਿੱਚ ਭਾਣਾ ਵਰਤਿਆ ਕਰੇਗਾ ਹਰ ਵੇਲੇ ਹਰ ਸਮੇਂ। ਜਦੋਂ ਹੀ ਬਿਕਰਮੀ ਸੰਮਤ ਇਹ 78 ਅਤੇ 97 ਵਿੱਚ ਆਇਆ ਕਰੇਗੀ ਅਤੇ ਉਹ ਹੁਣ ਹੁੰਦਾ ਆ ਰਿਹਾ ਹੈ। ਆਹ ਹੁਣ ਤਿਆਰਕਾਂ 'ਤੇ ਹੋ ਹੀ ਗਿਆ ਹੈ 2077-78 'ਚ ਤਾਂ ਹੋ ਹੀ ਗਿਆ, ਕਰੋਨਾ ਆ ਗਿਆ ਹੈ। ਹੁਣ 97 'ਚ ਵੇਖੋ ਮਹਾਰਾਜ ਕੀ ਭਾਣਾ ਵਰਤਾਉਂਦੇ ਹੈ ਸੱਚੇ ਪਾਤਸ਼ਾਹ ਜੋ ਬਚਨ ਕਹੇ ਹੈ। ਇਵੇਂ ਸਾਧ ਸੰਗਤ ਜੀ ਲਿਖਤੀ ਰੂਪ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਜੰਗਾਂ ਯੁੱਧਾਂ ਦੇ ਅਤੇ 78 ਅਤੇ 97 ਦੀ ਜਿਹੜੀ ਅਦਲਾ ਬਦਲੀ ਹੋਣ ਦੇ ਮਾਣ ਬਚਨ ਕਹੇ, ਉਹ ਮਹਾਂਪੁਰਖਾਂ ਨੇ ਵਿਦਿਆਰਥੀਆਂ ਨੂੰ ਨੋਟ ਕਰਵਾਏ ਸਨ ਲਿਖਤੀ ਰੂਪ ਵਿੱਚ ਅਤੇ ਵਿਦਿਆਰਥੀਆਂ ਨੇ ਕੀਤੇ। ਸੰਤ ਬਾਬਾ ਮੋਹਨ ਸਿੰਘ ਜੀ ਹੋਰ ਵੀ ਜਿਹੜੇ ਮਹਾਂਪੁਰਖਾਂ ਕੋਲ ਪੜ੍ਹਦੇ ਸਨ ਅਤੇ ਉਹਨਾਂ ਨੇ ਇਤਿਹਾਸ ਵਿੱਚ ਉਹ ਪੱਤਰਾ ਲਾਇਆ ਹੋਇਆ ਹੈ ਵੀ ਜਦੋਂ ਇਹ ਪ੍ਰਸੰਗ ਦੀ ਕਥਾ ਆਵੇ ਅਤੇ ਇਸ ਬਚਨਾਂ ਦੇ ਸੰਬੰਧ ਵਿੱਚ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ। ਅਤੇ ਜਿਹੜੇ ਕੋਈ ਇਹ ਕਥਾ ਫਿਰ ਸੁਣਦੇ ਹੈ ਸੰਪਰਦਾਇ ਉਹ ਫਿਰ ਵਿਸਥਾਰ ਨਾਲ ਸਾਰਾ ਦੱਸ ਦਿੰਦੇ ਹੈ। ਅਤੇ
ਬਾਬਾ ਜੋ ਸੰਤ ਗਿਆਨੀ ਬਾਬਾ ਮੋਹਨ ਸਿੰਘ ਜੀ ਹਨ ਭਿੰਡਰਾਂ ਵਾਲੇ, ਉਹਨਾਂ ਦੇ ਵਿਦਿਆਰਥੀ ਸੰਤ ਬਾਬਾ ਜੋ ਹਰਭਜਨ ਸਿੰਘ ਜੀ ਢੁੱਡੀਕੇ ਵਾਲੇ ਮਹਾਂਪੁਰਖ ਹੈ, ਉਹਨਾਂ ਨੇ ਆਪਣੀ ਇਹ ਕਥਾ ਕੀਤੀ ਹੋਈ ਹੈ ਗੁਰੂ ਨਾਨਕ ਪ੍ਰਕਾਸ਼ ਦੀ। ਉਹਨਾਂ ਵੀ ਇਹ ਵਿਸਥਾਰ ਨਾਲ ਦੱਸਿਆ ਅਤੇ ਉਹਨਾਂ ਵੀ ਪੱਤਰਾ ਲਿਖ ਕੇ ਕੋਲ ਹੀ ਰੱਖਿਆ ਹੋਇਆ। ਉਸੇ ਤਰ੍ਹਾਂ ਹੀ ਉਹਨਾਂ ਵੀ ਇਹ ਕਥਾ ਵਿੱਚ ਦੱਸਿਆ ਆਪਣੇ ਵਿਸਥਾਰ ਨਾਲ, ਜਿਵੇਂ ਮਹਾਂਪੁਰਸ਼ਾਂ ਨੇ, ਕਿਉਂਕਿ ਚੰਗੀ ਖੋਜ ਰਾਹੀਂ ਇਹ ਦੱਸਿਆ ਜਾਂਦਾ ਹੈ, ਸਾਰਾ ਵੇਖਿਆ ਜਾਂਦਾ ਹੈ। ਅਸੀਂ ਤਾਂ ਇੱਕ ਗ੍ਰੰਥ ਨਹੀਂ ਪੜ੍ਹਦੇ, ਅਤੇ ਉਹਨਾਂ ਮਹਾਂਪੁਰਖਾਂ ਨੇ ਆਪਣੀ ਕਥਾ ਵਿੱਚ ਰਿਕਾਰਡ ਕੀਤਾ ਹੋਇਆ। ਉਸੇ ਤਰ੍ਹਾਂ ਹੀ ਉਹ ਮਹਾਂਪੁਰਸ਼ਾਂ ਤੋਂ ਸੁਣ ਸੁਣਾ ਕੇ ਚੰਗੀ ਤਰ੍ਹਾਂ ਜਿੰਨੀ ਕੁ ਸਮਝ ਪਈ ਹੈ, ਆਪ ਜੀ ਦੇ ਸਨਮੁਖੋਂ ਬਚਨ ਰੱਖੇ ਹੈ, ਅਤੇ ਹੁਣ ਇੱਥੇ ਜਿਹੜੇ ਰਿਕਾਰਡ ਕੀਤੇ ਗਏ ਹੈ, ਤਾਂ ਜੋ ਵੀ ਅੱਗੇ ਕੋਈ ਸੁਣੇ ਅਤੇ ਉਹ ਵੀ ਉਹ ਸੁਣ ਕੇ ਜਿਹੜਾ ਵਿਸਥਾਰ ਇਹਦਾ ਦੱਸ ਸਕੇ। ਅਤੇ ਮਹਾਰਾਜ ਜੀ ਜਿਹੜੇ ਬਚਨ ਕਹੇ ਵੀ ਆਵਣ 78 ਜਾਨ 97, ਉਹ ਸਭ ਕਲਾ ਵਰਤਦੀ ਰਹੀ ਹੈ। ਜਦੋਂ ਦੇ ਬਚਨ ਕਹੇ ਹੈ, ਹੁਣ ਵੀ ਵਰਤ ਰਹੀ ਹੈ, ਅੱਗੇ ਵੀ ਵਰਤਦੀ ਰਹੇਗੀ। ਇਹ ਮਹਾਰਾਜ ਨੇ ਬਚਨ ਕਹੇ ਸੀ, ਹੋਰ ਵੀ ਉੱਠਸੀ ਮਰਦ ਕਾ ਚੇਲਾ, ਵੀ ਆਵਣ 78 ਵੀ 1578 ਵਿੱਚ ਬਾਬਰ ਹੋਣੀ ਆਉਣਗੇ, ਜਾਣ 97 1597 ਬਿਕਰਮੀ ਸੰਮਤ ਵਿੱਚ ਚਲੇ ਜਾਣਗੇ। ਹੋਰ ਵੀ ਉੱਠਸੀ ਮਰਦ ਕਾ ਚੇਲਾ, ਕਈਆਂ ਨੇ ਇਹਦਾ ਅਰਥ ਕੀਤਾ ਵੀ ਉੱਠੇਗਾ ਮਰਦ, ਭਾਵ ਸ਼ੇਰ ਸਾਹ ਸੂਰੀ, ਇਹ ਚੇਲਾ ਉੱਠੇਗਾ ਪਠਾਣਾਂ ਦਾ। ਅਤੇ ਪਰ ਮਹਾਰਾਜ ਨੇ ਉਹਨੂੰ ਮਰਦ ਕੀ ਕਹਿਣਾ ਹੈ ਜਿਹੜੇ ਪਠਾਣਾਂ ਨੇ ਭਾਈ ਮਰਦਾਨੇ ਨੂੰ ਧੱਕੇ ਮਾਰੇ ਹੈ, ਜਿਹੜੇ ਉਹਦਾ ਵਾਚਕ ਨਹੀਂ ਹੈ। ਇਹ ਤਾਂ ਹੋਰ ਵੀ ਉੱਠਸੀ ਮਰਦ ਕਾ ਚੇਲਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਾਚਕ ਹੈ ਇੱਥੇ, ਵੀ ਮਹਾਰਾਜ ਮਰਦ ਉੱਠਣਗੇ ਗੁਰੂ ਤੇਗ ਬਹਾਦਰ ਜੀ, ਅੱਗੇ ਉਹਨਾਂ ਦਾ ਚੇਲਾ ਉੱਠੇਗਾ, ਭਾਵ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਇਸੇ ਤਰ੍ਹਾਂ ਇਹੀ ਅਰਥ ਕਰ ਲੈਣਾ ਵੀ ਹੋਰ ਵੀ ਉੱਠਸੀ ਮਰਦ ਕਾ ਚੇਲਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਕਥਨ ਕਰ ਲੈਣਾ ਹੈ, ਅਰਥ ਕਰ ਲੈਣਾ ਵੀ ਮਰਦ ਉੱਠੇਗਾ ਗੁਰੂ ਗੋਬਿੰਦ ਸਿੰਘ ਜੀ, ਅਤੇ ਅੱਗੇ ਉਹਨਾਂ ਦਾ ਚੇਲਾ ਖਾਲਸਾ ਪੰਥ ਉੱਠੇਗਾ। ਇਹ ਗੁਰੂ ਨਾਨਕ ਸਾਹਿਬ ਨੇ ਉਦੋਂ ਕਿਹਾ। ਫਿਰ ਚੇਲਾ ਖਾਲਸਾ ਪੰਥ ਉੱਠਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਇਹਨਾਂ ਦੀ ਭੂਤਨੀ ਚੰਗੀ ਭਲਾਈ ਸੀ। ਅਤੇ ਇਸੇ ਤਰ੍ਹਾਂ ਹੀ ਜੋ ਭਾਈ ਬਘੇਲ ਸਿੰਘ ਜੀ ਹੈ, ਉਹ ਤਾਂ ਦਿੱਲੀ ਦੇ ਜਦੋਂ ਜੀਅ ਕਰਦਾ ਸੀ ਅਤੇ ਝੰਡਾ ਗੱਡ ਆਉਂਦੇ ਸਨ ਕੁਝ ਸਿੰਘ ਜਾ ਕੇ, ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਵੀ ਹੱਥ ਪਾ ਲਵੇ। ਅੰਗਰੇਜ਼ਾਂ ਦੀ ਵੀ ਚੰਗੀ ਤਸੱਲੀ ਕਰਾਈ ਸੀ ਸਾਧ ਸੰਗਤ ਜੀ। ਉੱਥੇ ਫਿਰ ਖਾਲਸੇ ਨੇ ਕਿਆ ਕਰਨਾ ਵੀ ਬਾਬਾ ਜੀ ਹੋਲਾ ਮਹੱਲਾ ਆ ਗਿਆ ਹੈ, ਕੀ ਕਰਨਾ ਹੁਣ, ਆਪਾਂ ਜਾਣਾ ਹੈ। ਉਹਨਾਂ ਕਹਿਣਾ ਭਾਈ ਚਲੋ ਚੱਲੀਏ ਹੋਲਾ ਮਹੱਲਾ ਦਰਸ਼ਨ ਕਰੀਏ ਜਾ ਕੇ, ਉਹ ਥੋੜ੍ਹੀ ਮਿਲਣਾ ਬਾਰ-ਬਾਰ। ਅਤੇ ਕਹਿਣਾ ਬਾਬਾ ਜੀ ਇਹ ਦਿੱਲੀ ਦਾ ਤਖਤਾ ਕੀ ਕਰਾਂਗੇ? ਕਹਿੰਦੇ ਕੋਈ ਗੱਲ ਨਹੀਂ, ਇਹ ਆਪਾਂ ਆ ਕੇ ਫਿਰ ਝੰਡਾ ਕੱਢ ਲੈਣਾ, ਇੱਥੇ ਕਿਹਨੇ ਸਾਨੂੰ ਰੋਕਣਾ। ਅਤੇ ਕਹਿੰਦੇ ਹੁੰਦੇ ਸਨ ਜਿਹੋ ਜਿਹੀ ਬਿੱਲੀ ਮਾਰੀ ਉਹੋ ਜਿਹੀ ਦਿੱਲੀ ਮਾਰੀ। ਇੰਨਾ ਜਜ਼ਬਾ ਸੀ ਗੁਰੂ ਕੇ ਸਿੰਘਾਂ ਦਾ। ਹੁਣ ਤਾਂ ਝੰਡਾ ਕੱਢਣਾ ਬੜਾ ਔਖਾ ਹੈ ਲੋਕਾਂ ਨੂੰ, ਸਾਨੂੰ। ਸੱਚ ਕੀ ਬਾਣੀ ਨਾਨਕ ਆਖੈ, ਮਹਾਰਾਜ ਕਹਿੰਦੇ ਸੱਚ, ਜੋ ਸੱਚ ਸਰੂਪ ਪਰਮਾਤਮਾ ਨਾ, ਉਹਦੀ ਹੁਕਮ ਰੂਪੀ ਬਾਣੀ ਅਸਾਂ ਨੇ ਸੱਚ ਹੀ ਆਖੀ ਹੈ। ਸੱਚ ਸੁਣਾਏ ਸੀ ਸੱਚ ਕੀ ਵੇਲਾ, ਹੇ ਭਾਈ ਲਾਲੋ, ਹੇ ਸੰਤੋ, ਇਹ ਸੱਚ ਦਾ ਹੀ ਵੇਲਾ ਹੈ। ਜਦੋਂ ਮਹਾਰਾਜ ਨੇ ਬਚਨ ਉਚਾਰੇ ਤਾਂ ਅੰਮ੍ਰਿਤ ਵੇਲਾ ਸੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਹੈ। ਹੇ ਭਾਈ ਲਾਲੋ, ਹੇ ਸੰਤੋ, ਇਹ ਸੱਚ ਦਾ ਵੇਲਾ ਹੈ। ਹੁਣ ਅੰਮ੍ਰਿਤ ਵੇਲਾ ਅਸਾਂ ਨੇ ਤੁਹਾਨੂੰ ਸੱਚ ਹੀ ਸੁਣਾਇਆ, ਜੋ ਹੋਣਾ ਅੱਗੇ ਜਾ ਕੇ, ਜੋ ਵਰਤੇਗਾ। ਇਸੇ ਤਰ੍ਹਾਂ ਸੱਚ ਕੀ ਵੇਲਾ, ਜਦੋਂ ਸੱਚ ਦਾ ਵੇਲਾ ਹੋਇਆ ਕਰੇਗਾ ਨਾ, ਜਦੋਂ ਵਰਤ ਜਾਇਆ ਕਰੇਗਾ, ਅਤੇ ਉਦੋਂ ਇਹ ਸਾਡੇ ਬਚਨ ਗੁਰੂ ਕੇ ਸਿੱਖ ਇਹਨਾਂ ਸ਼ਬਦਾਂ ਨੂੰ ਪੜ੍ਹਨ ਵਾਲੇ ਯਾਦ ਕਰਿਆ ਕਰਨਗੇ ਵੀ ਸੱਚ ਸੁਣਾਏ ਸੀ। ਉਹ ਸੱਚ ਨੂੰ ਸੁਣਾਇਆ ਕਰਨਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸੀ ਅਤੇ ਉਹ ਅੱਜ ਵਰਤ ਰਹੇ ਹੈ। ਇਵੇਂ ਮਹਾਰਾਜ ਨੇ ਭਵਿੱਖ ਦੇ ਬਚਨ ਸਾਧ ਸੰਗਤ ਜੀ ਦੇ ਰਾਹੀਂ ਕਹੇ ਸਨ। ਸ਼ਬਦ ਦੇ ਰਾਹੀਂ ਜੋ ਤਲੰਗ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 722 ਅੰਗ 'ਤੇ ਸ਼ਬਦ ਸੁਭਾਏਮਾਨ ਹੈ। ਇਵੇਂ ਇਹਦੀ ਕਥਾ ਵਿਚਾਰ ਥੋੜ੍ਹੀ ਵਿਸਥਾਰ ਨਾਲ ਸੀ, ਜਿਹਦੇ ਕਰਕੇ ਥੋੜ੍ਹਾ ਪ੍ਰਸੰਗ ਅੱਜ ਹੋ ਸਕਿਆ। ਕੱਲ੍ਹ ਜਿਵੇਂ ਕਥਾ ਵਿਚਾਰ ਆਏਗੀ, ਹੋਰ ਵੀ ਮਹਾਰਾਜ ਜੀ ਨੇ ਆਸਾ ਰਾਗ ਵਿੱਚ ਸ਼ਬਦ ਉਚਾਰੇ ਹੈ, ਅਤੇ ਉਹ ਸ਼ਬਦਾਂ ਦੀ ਕਥਾ ਅੱਗੇ ਆ ਜਾਣੀ ਹੈ ਵਿਸਥਾਰ ਨਾਲ। ਇਹ ਪ੍ਰਸੰਗ ਥੋੜ੍ਹਾ ਕਠਿਨਾਈ
ਘਟਨਾ ਕਰਨਾ ਕਥਾ ਰੂਪ ਵਿੱਚ, ਉਹ ਆਪਾਂ ਕੱਲ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ। ਆਵਨ 78 ਜਾਨ 97 ਹੋਰ ਪੀ ਉਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।